ਹੋਏ ਨੇ। ਬਾਬਾ ਧੰਨਾ ਜੀ ਦਿੱਲੀ ਤੋਂ 20 ਮੀਲ ਦੀ ਦੂਰੀ ਤੇ ਇੱਕ ਨਗਰ ਪੈਂਦਾ, ਇਲਾਕਾ ਨੂੰ ਟਾਂਕ ਦਾ ਇਲਾਕਾ ਕਹਿੰਦੇ ਆ। ਉਸ ਇਲਾਕੇ ਵਿੱਚ ਇੱਕ ਪਿੰਡ ਹੈ ਧੁਆਣ ਕਰਕੇ, ਜਿਸ ਨਗਰ ਦੇ ਵਿੱਚ ਸਨ 1416 ਵਿੱਚ ਧੰਨ ਬਾਬਾ ਧੰਨਾ ਜੀਆਂ ਦਾ ਜਿਹੜਾ ਉਹ ਜਨਮ ਹੁੰਦਾ ਜੱਟ ਪਰਿਵਾਰ ਦੇ ਵਿੱਚ। ਪਿਤਾ ਜੀ ਜ਼ਿਮੀਂਦਾਰ ਆ, ਕਿਸਾਨੀ ਦਾ ਕੰਮ ਕਰਦੇ ਨੇ। ਬਾਬਾ ਧੰਨਾ ਜੀ ਇਹਨਾਂ ਦਾ ਇਤਿਹਾਸ ਕਹਿੰਦਾ ਹੈ ਬਚਪਨ ਤੋਂ ਹੀ ਧਰਮੀ ਸੁਭਾਅ ਵਾਲੇ ਸੀ। ਛੋਟੀ ਉਮਰ ਤੋਂ ਹੀ ਕਥਾ ਸੁਣਿਆ ਕਰਨੀ ਇਹਨਾਂ ਨੇ ਆਪਣੇ ਨਗਰ 'ਚ ਜਾ ਕੇ, ਕਿਉਂਕਿ ਅਕਸਰ ਤੁਹਾਨੂੰ ਪਤਾ ਪੁਰਾਣੇ ਸਮਿਆਂ 'ਚ ਸਾਧੂਆਂ ਦੀਆਂ ਮੰਡਲੀਆਂ ਆਮ ਘੁੰਮਦੀਆਂ ਸੀ, ਜਿਨ੍ਹਾਂ ਨੇ ਆਪਣੀ ਆਪਣੀ ਮੱਤ ਦੇ ਅਨੁਸਾਰ ਉਸ ਪਰਮਾਤਮਾ ਦਾ, ਈਸ਼ਵਰ ਭਗਵਾਨ ਦਾ ਪ੍ਰਚਾਰ ਕਰਨਾ। ਇਸੇ ਇਲਾਕੇ ਦੇ ਵਿੱਚ ਪੰਡਤਾਂ ਦਾ ਵੀ ਗੜ ਸੀ, ਜਿਨ੍ਹਾਂ ਵਿੱਚੋਂ ਇੱਕ ਤ੍ਰਿਲੋਚਨ ਪੰਡਤ ਦੀ ਗੱਲ ਇਤਿਹਾਸ ਕਰਦਾ। ਇੱਕ ਤ੍ਰਿਲੋਚਨ ਜੀਆਂ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ 'ਚ, ਉਹ ਨਹੀਂ ਤ੍ਰਿਲੋਚਨ, ਇਹ ਹੋਰ ਨੇ ਜਿਹੜੇ ਉਸ ਸਮੇਂ ਬ੍ਰਾਹਮਣ ਜਾਤੀ 'ਚੋਂ ਨੇ ਤੇ ਪੰਡਤ ਪੁੰਨੇ ਦਾ ਕੰਮ ਕਰਦੇ ਆ। ਤੇ ਉਸ ਵੇਲੇ ਠਾਕੁਰਾਂ ਦੀ ਪੂਜਾ ਕਿਉਂਕਿ ਹਿੰਦੂ ਮਤ ਦੇ ਹੋਣ ਕਰਕੇ ਉਹ ਕਰਦੇ ਰਹੇ ਨੇ। ਬਾਬਾ ਧੰਨਾ ਜੀਆਂ ਦੇ ਇਤਿਹਾਸ ਦੀ ਜਿਹੜੀ ਇਹ ਘਟਨਾ ਘਟਦੀ ਨਾ, ਕੇਵਲ 12 ਵਰ੍ਹਿਆਂ ਦੀ ਉਮਰ 'ਚ ਘਟਦੀ ਆ। ਕੋਈ ਚੜ੍ਹਦੀ ਜਵਾਨੀ ਨਹੀਂ, ਕੋਈ ਬਜ਼ੁਰਗੀ ਨਹੀਂ ਕਿ ਬਾਬਾ ਧੰਨਾ ਜੀਆਂ ਨੂੰ ਬਜ਼ੁਰਗੀ 'ਚ ਰੱਬ ਮਿਲਿਆ ਹੋਵੇ। ਫਿਰ ਇੱਕ ਹੋਰ ਵੱਡੀ ਗੱਲ ਵੇਖੋ ਕਿ ਇੱਕੋ ਰਾਤ ਦੇ ਵਿੱਚ ਹੀ ਬਾਬਾ ਧੰਨਾ ਜੀਆਂ ਨੇ ਰੱਬ ਨੂੰ ਪਾਲਿਆ। ਬਹੁਤਾ ਸਮਾਂ ਨਹੀਂ ਲੱਗਾ, ਨਾ ਹਫ਼ਤਾ ਨਾ 10 ਦਿਨ। ਤੇ ਇਹ ਪ੍ਰਥਾਏ ਵੀ ਬਾਬਾ ਧੰਨਾ ਜੀਆਂ ਦੇ ਮਨ 'ਚ ਨਾ ਸੂਖਮ ਜੀ ਹਉਮੈ ਆ ਗਈ ਸੀ ਕਿ ਮਨਾ ਮੈਨੂੰ ਤੇ ਬੜੀ ਛੇਤੀ ਪ੍ਰਮਾਤਮਾ ਮਿਲ ਗਿਆ। ਫਿਰ ਰੱਬ ਨੇ ਖੁਦ ਕਾਰਨ ਦੱਸਿਆ ਸੀ ਕਿ ਤੈਨੂੰ ਛੇਤੀ ਕਿਉਂ ਮਿਲਿਆ, ਕਿਉਂਕਿ ਬਾਬਾ ਧੰਨਾ ਜੀਆਂ ਦੇ ਖੇਤ ਵਾਏ ਨੇ ਰੱਬ ਨੇ, ਤੇ ਪੱਥਰ ਕਦੇ ਖੇਤ ਨਹੀਂ ਵਾਹੁੰਦੇ ਹੁੰਦੇ। ਬਾਬਾ ਧੰਨਾ ਜੀ ਦੀਆਂ ਵੱਟਾਂ ਮੋੜੀਆਂ ਨੇ ਰੱਬ ਨੇ। ਬਾਬਾ ਧੰਨਾ ਜੀਆਂ ਦੇ ਖੂਹ ਦੇ ਵਿੱਚੋਂ ਹੱਟ ਜੋ ਕੇ ਪਾਣੀ ਕੱਢਿਆ ਪ੍ਰਮਾਤਮਾ ਨੇ। ਭਾਵ ਕਿ ਇਹ ਸਾਰੇ ਪ੍ਰੇਮ ਦੀਆਂ ਖੇਡਾਂ ਸੀ। ਜੇ ਪ੍ਰਮਾਤਮਾ ਸਾਨੂੰ ਦੁੱਧ ਪੋਤੀਆਂ ਦਾਤਾਂ ਬਖਸ਼ ਸਕਦਾ, ਜੇ ਪ੍ਰਮਾਤਮਾ ਦੇਖੋ ਇਹ ਇਸ਼ਾਰੇ ਮਾਤਰ ਸੱਚ ਐਵੇਂ ਭਗਤਾਂ ਨੂੰ ਦੁਨੀਆ ਦੇ ਉੱਤੇ ਨਾਮਣਾ ਦਵਾ ਸਕਦਾ, ਉਹਨਾਂ ਦੀ ਵਡਿਆਈ ਕਰਾ ਸਕਦਾ। ਜੇ ਪ੍ਰਮਾਤਮਾ ਲੋੜ ਪੈਣ ਤੇ ਦੇਹੁਰਾ ਘੁਮਾ ਸਕਦਾ, ਜੇ ਪ੍ਰਮਾਤਮਾ ਲੋੜ ਪੈਣ ਤੇ ਮਰੀ ਗਊ ਜਿਉਂਦੀ ਕਰ ਸਕਦਾ ਨਾਮਦੇਵ ਜੀ ਵਾਰੀ, ਜੇ ਪ੍ਰਮਾਤਮਾ ਹਾਥੀ ਦਾ ਸੁਭਾਅ ਬਦਲ ਕੇ ਹਾਥੀ ਨਮਸਕਾਰਾਂ ਕਬੀਰ ਨੂੰ ਕਰਦਾ, ਜੇ ਪ੍ਰਮਾਤਮਾ ਅੱਗ ਵਿੱਚੋਂ ਪਾਣੀ ਵਿੱਚੋਂ ਕਬੀਰ ਨੂੰ ਬਚਾਉਂਦਾ, ਤੇ ਜੇ ਪ੍ਰਮਾਤਮਾ ਚਾਵੇ ਤੇ ਆਪਣੇ ਭਗਤਾਂ ਦੇ ਪ੍ਰੇਮ ਵਿੱਚ ਆ ਕੇ ਉਹਨਾਂ ਦੇ ਕਾਰਜ ਵੀ ਆਪ ਕਰਦਾ। ਕਿਉਂਕਿ ਵੇਖੋ ਅੱਜ ਤਿਨਕੇ ਕਾਜ ਸਵਾਰਤਾ ਦੀ ਗੱਲ ਹੈ। ਕਹਿੰਦੇ ਆ ਕਿ ਇਹਨਾਂ ਨੇ ਨਾ ਰੋਜ਼ ਕਥਾ ਸੁਣਿਆ ਕਰਨੀ। ਤੇ ਇੱਕ ਦਿਨ ਕਥਾ ਵਿੱਚ ਇਹਨਾਂ ਨੇ ਇਹ ਵੀ ਗੱਲ ਸੁਣੀ, ਉਹ ਬਾਅਦ ਵਿੱਚ ਅਸੀਂ ਸ਼ਬਦ ਪੜਾਂਗੇ, ਕਿ ਬਾਬਾ ਕਬੀਰ ਜੀ ਨੇ ਰੱਬ ਦੀ ਭਗਤੀ ਕੀਤੀ ਤੇ ਪ੍ਰਮਾਤਮਾ ਨੂੰ ਪਾਇਆ ਤੇ ਉਹਨਾਂ ਦੀ ਬੜੀ ਪ੍ਰਸਿੱਧੀ ਸੰਸਾਰ 'ਚ ਹੋਈ। ਤੇ ਹੁਣ ਕਬੀਰ ਜੀ ਜੁਲਾਹਿਆਂ ਵਿੱਚੋਂ ਸੀ। ਸਰੀਰ ਕਰਕੇ ਗੁਰਮਤ ਕਿਸੇ ਜਾਤ ਨੂੰ ਟਾਰਗੇਟ ਨਹੀਂ ਕਰਦੀ, ਕਿਉਂਕਿ ਇਸ ਘਰ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਜਨਮ ਕਰਕੇ ਜਾਤ ਤੇ ਅਸੀਂ ਨਹੀਂ, ਕਰਮ ਕਰਕੇ ਸਾਡੀ ਜਾਤ ਕਿਹੋ ਜਿਹੀ ਆ, ਇੱਥੇ ਮੱਝ ਆ ਕੇ ਸਾਨੂੰ ਗਿਆਨ ਬਖਸ਼ ਦੇ। ਫਿਰ ਉਸੇ ਸ਼ਬਦ ਦੇ ਅੰਦਰ ਜਾਂ ਇਹਨਾਂ ਨੇ ਸੁਣਿਆ ਬਾਬਾ ਨਾਮਦੇਵ ਜੀ ਛਿੰਬਾ ਜਾਤੀ 'ਚੋਂ ਹੋ ਕੇ ਰੱਬ ਦੀ ਭਗਤੀ ਕਰਦੇ ਆ ਤੇ ਉਹਨਾਂ ਨੂੰ ਵੀ ਅੱਜ ਦੁਨੀਆ ਪੂਜਦੀ ਆ, ਉਹਨਾਂ ਦਾ ਨਾਮਣਾ ਸੰਸਾਰ ਤੇ ਹੋਇਆ। ਤੀਜੀ ਉਹਨਾਂ ਨੇ ਉਸਤ ਸੁਣੀ ਸੀ ਭਗਤ ਸੈਣ ਜੀ ਦੀ, ਕਿ ਭਗਤ ਸੈਣ ਜੀ ਜੋ ਨੌਕਰੀ ਦਾ ਕੰਮ ਕਰਦੇ ਸੀ ਰਾਜਿਆਂ ਦੇ ਘਰਾਂ 'ਚ ਜਾ ਕੇ, ਅਮੀਰਾਂ ਦੇ ਘਰਾਂ 'ਚ ਜਾ ਕੇ, ਪਰ ਉਸ ਸੈਣ ਨੇ ਵੀ ਜਦੋਂ ਉਸ ਰੱਬ ਦੀ ਸਿਫਤ ਕੀਤੀ, ਸੰਤਾਂ ਸਾਧੂਆਂ ਦੀ ਸੰਗਤ ਕੀਤੀ, ਤੇ ਉਸ ਸੈਣ ਦੀ ਥਾਂ ਤੇ ਜਾ ਕੇ ਮੁੱਠਾ ਚਾਪੀ ਰਾਜੇ ਦੀ ਰੱਬ ਨੇ ਕੀਤੀ। ਉਹਨਾਂ ਦੀ ਵੀ ਵਡਿਆਈ ਸੁਣੀ ਕਿ ਮਨਾ ਜਿਹੜਾ ਭਗਤ ਸੈਣ ਜੀ ਹੋਏ, ਭਗਤ ਬਾਬਾ ਨਾਮਦੇਵ ਜੀ ਹੋਏ, ਭਗਤ ਕਬੀਰ ਹੋਏ, ਤੇ ਇੱਕ ਹੋਰ ਸਿਫਤ ਸੁਣੀ ਬਾਬਾ ਰਵਿਦਾਸ ਜੀ ਦੀ, ਕਿ ਇਹਨਾਂ ਦੇ ਤਾਂ ਜਾਤ ਵਿੱਚੋਂ ਲੋਕ ਮਰੇ ਪਸ਼ੂ ਢੋਂਦੇ ਆ, ਇਹਨਾਂ ਨੂੰ ਤਾਂ ਨੀਵੀਂ ਜਾਤ ਕਰਕੇ ਬਹੁਤ ਦੁਰਕਾਰਿਆ ਜਾਂਦਾ ਸੰਸਾਰ 'ਚ, ਤੇ ਜੇ ਇਹ ਭਗਤੀ ਕਰਕੇ ਰੱਬ ਨੂੰ ਪਾ ਸਕਦੇ, ਮੈਂ ਤੇ ਜੱਟਾਂ ਦਾ ਪੋਤਾ, ਮੈਂ ਕਿਉਂ ਨਹੀਂ ਪਾ ਸਕਦਾ। ਹੁਣ ਇਹ 'ਚ ਹੰਕਾਰ ਨਹੀਂ ਸੀ ਕੋਈ, ਕਿਉਂਕਿ ਫਿਰ ਬੇਨਤੀ ਉਮਰ ਕੇਵਲ 10-12 ਸਾਲ, ਬਚਪਨ ਦੇ ਵਿੱਚ ਤੇ ਮਨ ਵੈਸੇ ਕੋਮਲ ਹੁੰਦੇ ਆ। ਇੱਕ ਪੁਰਾਣੇ ਸਮੇਂ ਸੀ, ਗੁਰੂ ਨਾਨਕ ਜੀ ਇਹਨਾਂ ਨੂੰ ਆਪਣੀ ਪਹਿਲੀ ਉਦਾਸੀ 'ਚ ਮਿਲਦੇ ਆ, ਬਾਬਾ ਧੰਨਾ ਜੀਆਂ ਨੂੰ, ਜੋ ਇਹਨਾਂ ਦਾ ਇਤਿਹਾਸ ਕਹਿੰਦਾ। ਹੁਣ ਸੰਗਤ ਜੀ ਅਸੀਂ ਉਸ ਸਾਖੀ ਵੱਲ ਆਈਏ ਜਿਹਨੇ ਬੜੇ ਭਰਮ ਸਾਡੇ ਇਤਿਹਾਸ 'ਚ ਪੈਦਾ ਕੀਤੇ। ਕਹਿੰਦੇ ਆ ਕਿ ਭਗਤ ਜੀ ਜੱਟ ਹੋਣ ਕਰਕੇ ਨਾ ਇਹਨਾਂ ਦੇ ਪਿਤਾ ਜੀ ਨੇ ਇਹਨਾਂ ਨੂੰ ਗਊਆਂ ਬਹੁਤ ਰੱਖੀਆਂ ਸੀ, ਕਿਉਂਕਿ ਕਿਸਾਨ ਸੀ ਤੇ ਇਹਨਾਂ ਨੇ ਅਕਸਰ ਚਾਰਨ ਜਾਇਆ ਕਰਨਾ।
ਹੁਣ ਜਦੋਂ ਗਊਆਂ ਚਾਰਨ ਜਾਂਦੇ ਰਹੇ ਤੇ ਕੁਝ ਵਿਦਵਾਨਾਂ ਨੇ ਖੂਹ ਕਿਹਾ ਹੈ, ਕੁਝਾਂ ਨੇ ਪਾਣੀ ਦੇ ਕੰਢੇ ਕਿਹਾ ਕਿ ਉੱਥੇ ਇੱਕ ਤਿਰਲੋਚਨ ਨਾਮ ਦਾ ਬਾਹਮਣ ਅਕਸਰ ਠਾਕੁਰ ਦੀ ਪੂਜਾ ਕਰਦਾ ਹੁੰਦਾ ਸੀ। ਭਾਵ ਕਿ ਉਹ ਪੱਥਰਾਂ ਨੂੰ ਤੁਹਾਨੂੰ ਪਤਾ ਲੋਕ ਪੂਜਦੇ ਆ। ਬਾਬਾ ਧੰਨਾ ਜੀਆਂ ਨੇ ਅਕਸਰ ਜਾਇਆ ਕਰਨਾ ਤੇ ਡਿੱਠਿਆ ਕਰਨਾ ਕਿ ਇਹ ਇਸ਼ਨਾਨ ਕਰਾਉਂਦਾ ਹੈ, ਇਹਨਾਂ ਨੂੰ ਅਗਰਬੱਤੀ ਕਰਦਾ, ਧੂਪ ਬੱਤੀ ਕਰਕੇ ਪੂਜਾ ਕਰਦਾ, ਹੋਰ ਜੋ ਵੀ ਇਹਨਾਂ ਦੇ ਕਰਮ ਧਰਮ ਨੇ। ਤੇ ਬਚਪਨ ਦੇ ਵਿੱਚ ਬਾਬਾ ਧੰਨਾ ਜੀ ਨੇ ਸਭ ਕੁਝ ਵੇਖਣਾ ਤੇ ਇੱਕ ਦਿਨ ਵੇਖਿਆ ਨਹੀਂ, ਕੋਲ ਚਲੇ ਗਏ। ਭਾਈ ਗੁਰਦਾਸ ਜੀ ਕਹਿੰਦੇ ਆ ਕਿ ਬਾਹਮਣ ਪੂਜੈ ਦੇਹੁਰਾ, ਧੰਨਾ ਗਊ ਚਰਾਵਣ ਜਾਵੈ। ਕਹਿੰਦੇ ਕਿ ਬਾਹਮਣ ਜੀ ਉਸ ਥਾਂ ਤੇ ਦੇਹੁਰੇ ਨੂੰ, ਆਪਣੇ ਪੱਥਰ ਨੂੰ ਪੂਜਦੇ ਆ ਤੇ ਧੰਨਾ ਜੀ ਉੱਥੇ ਜਿਹੜੇ ਨੇ ਆਪਣੀਆਂ ਗਾਈਆਂ ਚਾਰਨ ਜਾਂਦੇ ਆ। ਧੰਨੈ ਡਿੱਠਾ ਚਲਤ ਇਹੋ ਪੁੱਛੈ ਬਾਹਮਣ ਆਖ ਸੁਣਾਵੈ। ਕਹਿੰਦੇ ਜਦੋਂ ਬਾਬਾ ਧੰਨਾ ਜੀ ਨੇ ਵੇਖਿਆ ਕਿ ਇਹ ਪੰਡਿਤ ਜੀ ਰੋਜ਼ ਕੀ ਕਰਦੇ ਨੇ, ਤੇ ਫਿਰ ਜਦੋਂ ਧੰਨਾ ਜੀ ਪੁੱਛਦੇ ਨੇ ਜਾ ਕੇ, ਤੇ ਬ੍ਰਾਹਮਣ ਜੀ ਅੱਗੋਂ ਪਤਾ ਕੀ ਕਹਿੰਦੇ? ਕਹਿੰਦੇ ਠਾਕੁਰ ਦੀ ਸੇਵਾ ਕਰੈ, ਜੋ ਇੱਛਾ ਸੋਈ ਫਲ ਪਾਵੈ। ਕਹਿੰਦੇ ਧੰਨਿਆ ਦੇਖ, ਅਸੀਂ ਠਾਕੁਰ ਦੀ ਪੂਜਾ ਕਰ ਰਹੇ ਹਾਂ ਤੇ ਜੋ ਕੁਝ ਮੰਗੀਏ ਨਾ ਇਹ ਸਭ ਕੁਝ ਹੀ ਦੇ ਦਿੰਦਾ। ਹੁਣ ਬਾਲਪਣ ਦੇ ਵਿੱਚ ਤੇ ਧੰਨਾ ਜੀ ਬਹੁਤ ਭੋਲੇ ਸੁਭਾਅ ਦੇ ਨੇ। ਉਹ ਕਹਿੰਦੇ ਅੱਛਾ, ਰੱਬ ਕੋਲੋਂ ਜੋ ਮੰਗੀ ਉਹ ਦੇ ਦਿੰਦਾ? ਕਹਿੰਦੇ ਹਾਂ, ਇਹ ਠਾਕੁਰ ਕੋਲੋਂ ਜੋ ਮੰਗੀਏ ਉਹ ਦੇ ਦਿੰਦਾ। ਹੁਣ ਅਗਲੀ ਤੁਕ ਦੇ ਅੰਦਰ ਫਿਰ ਬਾਬਾ ਧੰਨਾ ਜੀ ਪਤਾ ਕੀ ਕਹਿੰਦੇ? ਬਾਬਾ ਜੀ ਕਹਿੰਦੇ ਕਿ ਮੇਰੇ ਤੇ ਇੱਕ ਤਰਸ ਕਰਕੇ ਮੈਨੂੰ ਵੀ ਇਦਾਂ ਦਾ ਇੱਕ ਠਾਕੁਰ ਦੇ ਦੇ, ਮੈਂ ਵੀ ਰੱਬ ਦੀ ਭਗਤੀ ਕਰਾਂ। ਹੁਣ ਉਹ ਕਹਿਣ ਲੱਗਾ ਕਿ ਨਾ ਨਾ, ਇੰਨਾ ਸੌਖਾ ਨਹੀਂ ਹੈ ਠਾਕੁਰ ਦੀ ਪੂਜਾ ਕਰਨੀ, ਇਹਦੇ ਲਈ ਬਹੁਤ ਜਿਹੜੇ ਨੇ ਕਰਮ ਸਿੱਖਣੇ ਪੈਂਦੇ ਆ। ਜੇ ਤੂੰ ਖਹਿੜੇ ਪਿਆ ਮੇਰੇ ਤੇ ਫਿਰ ਇਦਾਂ ਕਰ, ਆਪਣੀ ਸੱਜਰੀ ਇੱਕ ਗਾਂ ਮੈਨੂੰ ਦੇ ਤੇ ਮੈਂ ਫਿਰ ਤੈਨੂੰ ਠਾਕੁਰ ਦਿਆਂਗਾ। ਕਿਉਂਕਿ ਹੁਣ ਬੱਚਾ ਇਹ ਭੋਲਾ ਏ, ਉਹਨੂੰ ਪਤਾ ਸਿੱਧਾ ਸਾਦਾ ਹੈਗਾ, ਇਹਨੂੰ ਮੈਂ ਕਿਸੇ ਨਾ ਤਰੀਕੇ ਨਾਲ ਜਿਹੜਾ ਉਹ ਛਲ ਲਵਾਂ, ਠੱਗ ਲਵਾਂ ਇਹਨੂੰ। ਹੁਣ ਕਹਿੰਦੇ ਆ ਕਿ ਬਾਬਾ ਧੰਨਾ ਜੀ ਕਹਿਣ ਲੱਗੇ ਕਿ ਮੈਨੂੰ ਇਹ ਸੌਦਾ ਮਨਜ਼ੂਰ ਹੈ, ਮੇਰੀ ਇੱਕ ਗਾਂ ਰੱਖ ਲੈ ਤੇ ਮੈਨੂੰ ਵੀ ਆਪਣੇ ਵਰਗਾ ਇੱਕ ਠਾਕੁਰ ਦੇ ਜਿਹੜਾ ਸਾਰੀਆਂ ਹੀ ਲੋੜਾਂ ਥੋੜਾ ਪੂਰੀਆਂ ਕਰੇ, ਸਾਰੇ ਕਾਜ ਸਵਾਰ ਦੇ। ਉਹਨੇ ਕੀ ਕੀਤਾ ਵੇਖੋ, ਭਾਈ ਗੁਰਦਾਸ ਜੀ ਕਹਿੰਦੇ ਆਪਣਾ ਖਹਿੜਾ ਛਡਾਇਆ, ਲਾਗੋਂ ਹੀ ਇੱਕ ਪੱਥਰ ਲੈ ਲਿਆ, ਉਹਨੂੰ ਕੱਪੜੇ 'ਚ ਲਪੇਟ ਕੇ ਦੇਤਾ ਕਿ ਜਾ ਲੈ ਜਾ, ਬਸ ਇਹੀ ਸਭ ਕੁਝ, ਇਹਨੂੰ ਪੂਜਿਆ ਕਰ ਜਾ ਕੇ। ਉਹਨੇ ਤੇ ਆਪਣੇ ਵੱਲੋਂ ਖਹਿੜਾ ਛਡਾ ਲਿਆ। ਹੁਣ ਉੱਥੇ ਭਾਈ ਗੁਰਦਾਸ ਲਿਖਦੇ ਆ ਕਿ ਧੰਨਾ ਕਰਦਾ ਜੋਦੜੀ, ਮੈਂ ਵੀ ਦੇ ਇੱਕ ਜੇ ਤੋਹੇ ਭਾਵੈ। ਕਹਿੰਦੇ ਜੇ ਤੈਨੂੰ ਚੰਗਾ ਲੱਗਦਾ ਤੇ ਮੈਨੂੰ ਵੀ ਇਦਾਂ ਦਾ ਇੱਕ ਪੱਥਰ ਦੇ। ਤੇ ਕਹਿੰਦੇ ਪੱਥਰ ਇੱਕ ਲਪੇਟ ਕਰ ਦੇ, ਧੰਨੇ ਨੂੰ ਗੈਲ ਛਡਾਵੈ। ਕਹਿੰਦੇ ਇੱਕ ਪੱਥਰ ਲਪੇਟਤਾ ਤੇ ਆਪਣਾ ਖਹਿੜਾ ਛਡਾਇਆ। ਹੁਣ ਧੰਨਾ ਬਾਬਾ ਕੀ ਕਰਦਾ ਹੈ, ਉਹ ਘਰ ਲੈ ਕੇ ਆਇਆ ਉਸ ਪੱਥਰ ਨੂੰ, ਘਰ ਲਿਆ ਕੇ ਤੇ ਕਹਿੰਦੇ ਠਾਕੁਰ ਨੂੰ ਨਵਾਲ ਕੇ ਉਹਦਾ ਇਸ਼ਨਾਨ ਕਰਾਇਆ। ਬਚਪਨ 'ਚ ਨਾ ਜੇ ਠਾਕੁਰ ਨੂੰ ਨਵਾਲ ਕੇ ਛਾਏ ਰੋਟੀ ਲੈ ਭੋਗ ਚੜਾਵੈ। ਕਹਿੰਦੇ ਰੋਟੀ ਲੈ ਕੇ ਆ ਗਏ, ਆਪਣੇ ਘਰਦਿਆਂ ਨੂੰ ਕਹਿਣ ਲੱਗੇ ਕਿ ਅੱਜ 2 ਜਣਿਆਂ ਦੀ ਰੋਟੀ ਪਕਾਇਓ, ਅੱਜ ਮੇਰੇ ਨਾਲ ਹੋਰ ਵੀ ਕਿਸੇ ਨੇ ਖਾਣੀ ਆ। ਕਹਿੰਦੇ ਰੋਟੀ ਤਿਆਰ ਹੋਈ, ਰੋਟੀ ਤਿਆਰ ਹੋ ਕੇ ਅੱਗੇ ਆਈ। ਹੁਣ ਭਗਤ ਜੀ ਅਗਲੀ ਤੁਕ 'ਚ ਅਕਸਰ ਤੁਕ ਆਪਣੀ ਜਿਹੜੀ ਆ ਉਹ ਰਾਗੀ ਸਿੰਘ ਸਥਾਈ 'ਚ ਪੜ੍ਹਦੇ ਆ, ਤੇ ਅਸੀਂ ਜਦੋਂ ਇਹ ਪੜਾਂਗੇ ਹੱਥ ਜੋੜ ਮਿੰਨਤਾਂ ਕਰੇ। ਬਾਬਾ ਧੰਨਾ ਜੀ ਹੱਥ ਜੋੜਦਾ, ਕਦੇ ਮਿੰਨਤਾਂ ਕਰਦਾ, ਕਦੇ ਡੰਡੋਤਾਂ ਕਰਦਾ, ਕਦੇ ਝੂਠੀ ਮੂਠੀ ਦਾ ਰੁੱਸ ਜਾਂਦਾ, ਕਿਉਂਕਿ ਇਹ ਸਾਰੀਆਂ ਪ੍ਰੇਮ ਦੀਆਂ ਖੇਡਾਂ ਹੋ ਰਹੀਆਂ ਨੇ। ਤੇ ਇਹ ਮਿੰਨਤਾਂ ਕਰਦਾ ਕਿ ਤੁਸੀਂ ਭੋਗ ਲਾਓ, ਤੁਸੀਂ ਪ੍ਰਸ਼ਾਦਾ ਛਕੋ ਤੇ ਫਿਰ ਮੈਂ ਛਕਾਂ, ਕਿਉਂਕਿ ਮੈਂ ਤੁਹਾਨੂੰ ਆਪਣਾ ਸਭ ਕੁਝ ਮੰਨਿਆ। ਤੇ ਹੁਣ ਬਾਬਾ ਜੀ ਕਹਿੰਦੇ ਹੱਥ ਜੋੜ ਮਿੰਨਤਾਂ ਕਰੇ, ਪੈਰੀ ਪੈ ਪੈ ਬਹੁਤ ਮਨਾਵੈ। ਬਹੁਤ ਜੋ ਬਚਪਨ 'ਚ ਬਾਬਾ ਧੰਨਾ ਜੀ ਭੋਲੇ ਭਾਅ 'ਚ ਕਰਨਾ ਚਾਹੁੰਦੇ ਉਹ ਕਰ ਰਹੇ ਨੇ। ਕਹਿੰਦੇ ਉਹਨਾਂ ਨੂੰ ਲੱਗਾ ਪਤਾ ਕਿ ਹੁਣ ਰੱਬ ਮੈਨੂੰ ਲੱਗਦਾ ਰੁੱਸ ਗਿਆ ਮੇਰੇ ਨਾਲੋਂ। ਹੁਣ ਬਾਬਾ ਧੰਨਾ ਜੀ ਅੱਗੇ ਕਹਿੰਦੇ ਹੌਂਪੀ ਮੋਹ ਨਾ ਝੁਠਾਲ ਸਾਂ, ਮੈਂ ਵੀ ਨਹੀਂ ਮੂੰਹ 'ਚ ਅੰਨ ਦਾ ਦਾਣਾ ਉਨੀ ਦੇਰ ਪਾਣਾ ਜਿੰਨੀ ਦੇਰ ਤੂੰ ਰੋਟੀ ਨਹੀਂ ਖਾਂਦਾ। ਹੌਂਪੀ ਮੋਹ ਨਾ ਝੁਟਾਲ ਸਾਂ। ਤੇ ਸੱਚ ਐਵੇਂ ਬਾਬਾ ਧੰਨਾ ਜੀ ਕਹਿ ਰਹੇ ਨੇ ਤੂੰ ਰੁੱਸਾਂ ਮੈਂ ਕਿਹੋ ਨਾ ਭਾਵੈ। ਜੇ ਤੂੰ ਹੀ ਰੁੱਠ ਗਿਆ ਤੇ ਪ੍ਰਮਾਤਮਾ ਮੈਨੂੰ ਕੁਝ ਵੀ ਨਹੀਂ ਚੰਗਾ ਲੱਗਦਾ। ਕਹਿੰਦੇ ਜਦੋਂ ਧੰਨੇ ਦਾ ਹੱਠ ਵੇਖਿਆ, ਇੱਕ ਤੇ ਪੂਰੀ ਰਾਤ ਇਸੇ ਚਾਅ 'ਚ ਨਹੀਂ ਸੁੱਤਾ ਕਿ ਸਵੇਰ ਹੋਣੀ ਆ, ਮੈਂ ਪੂਜਾ ਕਰਨੀ ਆ, ਮੈਨੂੰ ਇੱਛਤ ਫਲ ਮਿਲਨੇ ਆ। ਕਹਿੰਦੇ ਆ ਕਿ ਬਾਬਾ ਧੰਨਾ ਜੀ ਦੀ ਜਦੋਂ ਇਹ ਸੱਚ ਐਵੇਂ ਭੋਲੇ ਭਾਅ ਨੂੰ ਦੇਖਿਆ ਤੇ ਪ੍ਰਮਾਤਮਾ ਨੇ ਇੱਕ ਆਵਾਜ਼ ਦਿੱਤੀ, ਧੰਨਿਆ ਪੱਥਰ ਕਦੇ ਰੋਟੀਆਂ ਨਹੀਂ ਖਾਇਆ ਕਰਦੇ, ਧੰਨਿਆ ਕਦੇ ਪੱਥਰ ਵੀ ਭੋਗ ਲਾਉਂਦੇ ਆ। ਤੇ ਬਾਬਾ ਧੰਨਾ ਜੀ ਕਹਿੰਦਾ ਮੈਂ ਪੱਥਰ ਨੂੰ ਨਹੀਂ ਛਕਾਉਣਾ, ਜਿਹੜਾ ਬੋਲ ਰਿਹਾ ਮੈਂ ਤੇ ਇਹਨੂੰ ਛਕਾਉਣਾ ਹੈ। ਬਾਬਾ ਧੰਨਾ ਜੀ ਅੱਗੋਂ ਕਹਿੰਦੇ ਮੈਂ ਜਿਹੜਾ ਬੋਲ ਰਿਹਾ ਮੈਂ ਤੇ ਇਹਨੂੰ ਮਿਲਣਾ ਚਾਹੁੰਦਾ। ਤੇ ਬਾਬਾ ਧੰਨਾ ਜੀ ਕਹਿਣ ਲੱਗੇ ਫਿਰ ਅੱਗੇ ਪ੍ਰਮਾਤਮਾ ਕਹਿੰਦੇ ਗੁਸਾਈ ਪ੍ਰਤੱਖ ਹੋਏ, ਖਾਏ ਰੋਟੀ
ਮੋਹੇ ਛਾਏ ਪਾਵੈ। ਕਹਿੰਦੇ ਰੱਬ ਪ੍ਰਤੱਖ ਹੋਇਆ ਤੇ ਧੰਨੇ ਦੇ ਹੱਥ ਦਾ ਘਰ ਦਾ ਬਣਿਆ ਪ੍ਰਸ਼ਾਦਾ ਰੱਬ ਨੇ ਛਕਿਆ। ਤੇ ਬਾਬਾ ਧੰਨੇ ਦੇ ਪ੍ਰਥਾਏ ਭਾਈ ਗੁਰਦਾਸ ਨੇ ਕਿਹਾ ਭੋਲਾ ਭਾਉ ਗੋਬਿੰਦ ਮਿਲਾਵੈ। ਬਾਬੇ ਦੇ ਭੋਲੇ ਭਾਉ ਕਰਕੇ ਰੱਬ ਦੀ ਬਾਬਾ ਜੀ ਨੂੰ ਪ੍ਰਾਪਤੀ ਹੋਈ। ਹੁਣ ਤੁਸੀਂ ਇਸ ਸਾਖੀ ਨੂੰ ਸੁਣਿਆ, ਭਾਈ ਗੁਰਦਾਸ ਜੀ ਦੀ ਉਸ ਪੌੜੀ ਦਾ ਪਾਠ ਸੁਣਿਆ। ਇਹਦੇ ਵਿੱਚੋਂ ਨਾ ਵੇਖੋ ਆਪਣੀ ਆਪਣੀ ਮੱਤ ਦੀ ਗੱਲ ਹੈ ਸੰਗਤ ਜੀ। ਮੈਂ ਇਹਦੇ ਵਿੱਚੋਂ ਕੀ ਕੱਢ ਰਿਹਾ, ਤੁਸੀਂ ਇਹਦੇ ਵਿੱਚੋਂ ਕੀ ਕੱਢ ਰਹੇ ਹੋ। ਇਹਦੇ ਵਿੱਚੋਂ ਬਾਬਾ ਧੰਨਾ ਜੀ ਦੀ ਸ਼ਰਧਾ ਵੇਖੋ, ਹੋ ਸਕਦਾ ਸਾਡੀ ਉਨੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਬਣੀ ਹੋਵੇ। ਪੱਥਰ ਦੇ ਵਿੱਚ ਰੱਬ ਨਹੀਂ, ਪਰ ਰੱਬ ਦੇਖੋ ਪੱਥਰ ਨੂੰ ਪੂਜਣਾ ਮਹਾਰਾਜ ਦੀ ਬਾਣੀ ਨੇ ਕਿਤੇ ਨਹੀਂ ਕਿਹਾ। ਅਸੀਂ ਆ ਹੁਣੇ ਚੌਪਈ ਸਾਹਿਬ ਦਾ ਨਿਤਨੇਮ ਜੇ ਇੱਕ ਤੁਕ ਪੜ੍ਹਦੇ ਹਾਂ, ਗੁਰੂ ਜੀ ਕਹਿੰਦੇ ਜਦੋਂ ਅਸੀਂ ਇਹ ਬਚਨ ਪੜਾਂਗੇ ਮਹਾਦੇਵ ਕੋ ਕੈਦ ਸਦਾ ਸਿਵ ਨਿਰੰਕਾਰ ਕਾ ਚਿੰਤ ਨੈ ਪਿਵ। ਤੇ ਅੱਗੇ ਇੱਕ ਤੁਕ ਪੜ੍ਹਦੇ ਹਾਂ ਤਾਕੋ ਕਰ ਪਾਹਨ ਅਨੁਮਾਨਤ। ਕਹਿੰਦੇ ਜਿਹੜੇ ਰੱਬਾ ਤੈਨੂੰ ਪੱਥਰ 'ਚ ਲੱਭਦੇ ਆ, ਸੱਚ ਏਵੇ ਤਾਕੋ ਕਰ ਪਾਹਨ ਅਨੁਮਾਨਤ। ਮਹਾਮੂੜ ਕੱਛ ਭੇਦ ਨਾ ਜਾਣ, ਉਹ ਤਾਂ ਮਹਾਮੂਰਖ ਨੇ। ਤੇ ਬਾਬਾ ਧੰਨਾ ਜੀ ਦੀ ਬਾਣੀ ਦੀ ਇੱਕ ਤੁਕ ਹੈ, ਬਾਬਾ ਜੀ ਤੁਸੀਂ ਰੱਬ ਕਿੱਥੋਂ ਪਾਇਆ। ਤੇ ਬਾਬਾ ਜੀ ਕਹਿੰਦੇ ਧੰਨੈ ਪਾਇਆ ਧਰਨੀ ਤਰ ਮਿਰ ਜਨ ਸੰਤ ਸਮਾਨਿਆ। ਮੈਂ ਤਾਂ ਸੰਤਾਂ ਸਾਧੂਆਂ ਦੀ ਸੰਗਤ ਕਰਕੇ ਰੱਬ ਦੀ ਭਗਤੀ ਕੀਤੀ ਤੇ ਸੱਚੀ ਸ਼ਰਧਾ ਤੇ ਭੋਲੇ ਭਾਅ ਕਰਕੇ ਮੈਨੂੰ ਪਰਮਾਤਮਾ ਦੀ ਪ੍ਰਾਪਤੀ ਹੋਈ। ਧੰਨੈ ਪਾਇਆ ਬਾਲ ਬੁੱਧ ਵੀ ਲਿਖਿਆ ਧੁਰ ਕੀ ਬਾਣੀ 'ਚ ਕਿ ਬਚਪਨ ਵਾਲੀ ਅਵਸਥਾ ਵਿੱਚ ਜਾ ਕੇ ਬਾਬਾ ਧੰਨਾ ਜੀ ਨੇ ਉਸ ਪਰਮਾਤਮਾ ਨੂੰ ਪਾਇਆ। ਹੁਣ ਦੇਖੋ ਇਹ ਸਾਰੀ ਖੇਡ ਹੋਈ ਨਾ, ਪਰਮਾਤਮਾ ਕਹਿੰਦੇ ਮੈਨੂੰ ਵੀ ਹੁਣ ਕੁਝ ਚਾਹੀਦਾ, ਤੂੰ ਮੇਰੇ ਕੋਲ ਦਰਸ਼ਨ ਮੰਗੇ ਮੈਂ ਤੈਨੂੰ ਦੇ ਤੇ। ਧੰਨਾ ਜੀ ਕਹਿੰਦੇ ਕੀ ਚਾਹੀਦਾ, ਕਹਿੰਦੇ ਤੂੰ ਮੇਰੀ ਬੰਦਗੀ ਕਰਿਆ ਕਰ, ਲੋਕ ਵੇਖ ਮੇਰੀ ਆਰਤੀ ਕਰਦੇ ਆ, ਤੂੰ ਵੀ ਕਰਿਆ ਕਰ। ਬਾਬਾ ਧੰਨਾ ਜੀ ਕਹਿਣ ਲੱਗੇ ਮੈਨੂੰ ਤੇ ਕੰਮ ਬੜਾ ਹੁੰਦਾ, ਜਿਹੜੀ ਗੱਲ ਮੈਂ ਆਰੰਭ 'ਚ ਤੁਹਾਡੇ ਨਾਲ ਕੀਤੀ ਨਾ ਕਿ ਮੈਂ ਪੈਲੀਆਂ ਵਾਹਣੀਆਂ ਵੱਟਾਂ ਮੋੜਨੀਆਂ, ਮੈਂ ਹੱਟ ਜੋ ਕੇ ਤੇ ਪਾਣੀ ਕੱਢਣਾ, ਮੈਨੂੰ ਹੋਰ ਬੜੇ ਕੰਮ, ਮੈਂ ਗਊਆਂ ਵੀ ਚਾਰਨੀਆਂ। ਛੋਟੀ ਉਮਰ 'ਚ ਜੋ ਆਏ ਉਹ ਬੋਲੀ ਜਾ ਰਿਹਾ। ਪਰਮਾਤਮਾ ਕਹਿੰਦਾ ਸਾਰੇ ਕੰਮ ਤੇਰੇ ਧੰਨਿਆ ਮੈਂ ਕਰਿਆ ਕਰਾਂਗਾ, ਤੂੰ ਬਸ ਰੱਬ ਰੱਬ ਕਰਿਆ ਕਰ। ਸੰਗਤ ਜੀ ਸੱਚ ਮੰਨਿਓ, ਤੇ ਅਸੀਂ ਅਕਸਰ ਧਾਰਨਾਵਾਂ ਵੀ ਪੜ੍ਹਦੇ ਹੁੰਨੇ ਆ ਕਿ ਜਦੋਂ ਅੱਜ ਸਾਨੂੰ ਦਿਸਦਾ ਨਹੀਂ ਕੰਮ ਅੱਜ ਵੀ ਸਾਡੇ ਰੱਬ ਹੀ ਕਰਦਾ। ਮੰਨਦੇ ਹੋ ਨਾ ਇਸ ਗੱਲ ਨੂੰ, ਤੁਸੀਂ ਸ਼ਰਧਾ ਵਾਲੀ ਸੰਗਤ ਬੈਠੀ ਹੋ। ਅਸੀਂ ਅੱਜ ਵੀ ਕਿਉਂ ਫਿਰ ਅਰਦਾਸਾਂ ਗੁਰੂ ਘਰ ਕਰਾਉਂਦੇ ਆ ਜਾਂ ਗੁਰੂ ਸਾਹਿਬ ਦੇ ਚਰਨਾਂ 'ਚ। ਕੱਲ ਨਾ ਮੈਂ ਇੱਕ ਜੀਵਨ ਪੜ੍ਹਦਾ ਪਿਆ ਸਾਂ, ਮੀਰ ਮੰਨੂ ਜੀ ਦੇ ਜੀਵਨ 'ਚ ਘਟਨਾ, ਵੈਸੇ ਮੇਰਾ ਵਿਸ਼ਾ ਨਹੀਂ ਪਰ ਮੈਂ ਦੱਸ ਜਾਣਾ। ਕਹਿੰਦੇ ਕਿ ਉਸ ਸਮੇਂ 200 ਇੱਕੋ ਪਿੰਡ ਦਾ ਨੌਜਵਾਨ ਕਹਿ ਲੋ, ਬਜ਼ੁਰਗ ਕਹਿ ਲੋ, ਮਾਈਆਂ ਬੀਬੀਆਂ ਦਾ ਕਤਲੇਆਮ ਕੀਤਾ। ਇਹ ਮੀਰ ਮੰਨੂ ਦੇ ਸਮੇਂ ਦੀ ਘਟਨਾ ਸੀ। ਤੇ ਇੱਕ ਮਾਈ ਨੇ ਨਾ ਇੱਕ ਲਾਮਾ ਮਾਰਿਆ ਗੁਰੂ ਗੋਬਿੰਦ ਸਿੰਘ ਜੀ ਨੂੰ, ਕਹਿਣ ਲੱਗੀ ਬਾਜਾਂ ਵਾਲਿਆ ਇਹਨਾਂ ਲੋਕਾਂ ਨੂੰ ਸਿੰਘ ਬਣਾ ਕੇ ਜੇ ਮਰਾਉਣੇ ਸੀ ਤੇ ਆਪ ਚਲੇ ਜਾਣਾ ਸੀ, ਤੇ ਕਾਹਨੂੰ ਖਾਲਸਾ ਸਾਜਿਆ। ਉਹਨੇ ਮਾਈ ਨੇ ਰੋਹ ਚਾ ਕੇ ਮਿਹਣਾ ਮਾਰਿਆ। ਕਹਿੰਦੇ ਉਸੇ ਹੀ ਛਿਨ ਇੱਕ ਘੋੜੇ ਨੀਲੇ ਤੇ ਸ਼ਾਹ ਸਵਾਰ ਨਿਹੰਗ ਬਾਣਾ ਪਾਇਆ, ਹੱਥ 'ਚ ਬਰਸ਼ਾ ਫੜਿਆ, ਉਸੇ ਮਾਈ ਦੇ ਸਾਹਮਣੇ ਆ ਕੇ ਕਹਿੰਦਾ ਮਾਈ ਦੱਸ ਤੈਨੂੰ ਕੀ ਚਾਹੀਦਾ। ਮਾਈ ਹੱਕੀ ਬੱਕੀ ਰਹਿ ਗਈ ਕਿ ਗੁਰੂ ਗੋਬਿੰਦ ਸਿੰਘ। ਕਹਿੰਦਾ ਮੈਂ ਕੋਈ ਹੋਵਾਂ, ਤੂੰ ਦੱਸ ਕੀ ਚਾਹੀਦਾ। ਕਹਿੰਦੀ ਆ ਵੇਖ ਮੀਰ ਮੰਨੂ ਦੇ ਸਿਪਾਹੀ ਇਸ ਪਿੰਡ ਨੂੰ ਨਾਸ਼ ਕਰਦੇ ਆ। ਕਹਿੰਦੇ ਆ ਇਹੋ ਜਿਹਾ ਬਰਸ਼ਾ ਪਾਇਆ ਸੀ ਉਸ ਨੀਲੇ ਦੇ ਸਵਾਰ ਨੇ ਕਿ ਉਹਦੀਆਂ ਜੜ੍ਹਾਂ ਪੱਟ ਕੇ ਰੱਖਤੀਆਂ। ਕਹਿੰਦੇ ਸਿੰਘਾਂ ਨੂੰ ਇਹ ਜਿਹੜੇ ਮਾਰਨਾ ਆਏ ਉਹਨਾਂ ਨੂੰ ਇਹ ਝਾਕੀਆਂ ਪੈਂਦੀਆਂ ਸੀ, ਇਹ ਕੱਲਾ ਨਹੀਂ, ਇਹਦੇ ਨਾਲ ਹਜ਼ਾਰਾਂ ਦੀ ਫੌਜ ਆ। ਉਹ ਵਿਦਵਾਨ ਇਹ ਗੱਲ ਦੱਸਣਾ ਚਾਹੁੰਦਾ ਕਿ ਬਾਜਾਂ ਵਾਲੇ ਨੂੰ ਕੌਮ ਕਦੇ ਆਪਣੇ ਤੋਂ ਦੂਰ ਨਾ ਸਮਝੇ। ਬਸ ਸਾਡੇ 'ਚ ਕਮੀਆਂ ਆਈਆਂ, ਨਹੀਂ ਤਾਂ ਮਾਰੇ ਤਾਂ ਹਮੇਸ਼ਾ ਅੰਗ ਸੰਗ ਹੈ ਜੀ। ਸਤਿਗੁਰੂ ਸੱਚੇ ਪਿਤਾ। ਹੁਣ ਜਦੋਂ ਬਾਬਾ ਧੰਨਾ ਜੀ ਦੇ ਸਾਰੇ ਕੰਮ ਪਰਮਾਤਮਾ ਕਰਨ ਲੱਗ ਪਿਆ ਨਾ ਜੀ, ਇੱਕ ਦਿਨ ਰਾਹ ਵਿੱਚ ਉਸੇ ਹੀ ਪੰਡਿਤ ਤ੍ਰਿਲੋਚਨ ਨਾਲ ਮੁਲਾਕਾਤ ਹੋਈ ਤੇ ਪੰਡਿਤ ਦਾ ਬੜਾ ਧੰਨਵਾਦ ਕਰੇ ਬਾਬਾ ਧੰਨਾ। ਉਹ ਕਹਿੰਦੇ ਤੇਰਾ ਤਾਂ ਬੜਾ ਧੰਨਵਾਦ। ਉਹ ਕਹਿੰਦੇ ਕੀ ਹੋਇਆ। ਕਹਿੰਦੇ ਉਹ ਵੇ ਵੱਟਾਂ ਮੋੜਦਾ ਹੀ ਰੱਬ ਮੇਰੀਆਂ, ਉਹ ਵੇ ਗਊਆਂ ਚਾਰਦਾ ਪਿਆ ਰੱਬ, ਉਹ ਵੇ ਪੈਲੀ ਵਾਹ ਰਿਹਾ ਬਲਦ ਜੋ ਕੇ। ਉਹ ਕਹਿੰਦਾ ਮੈਨੂੰ ਤੇ ਕੁਝ ਨਹੀਂ ਦਿਸਦਾ। ਵੇਖੋ ਅਸੀਂ ਬਾਣੀ 'ਚ ਪੜ੍ਹਦੇ ਨਾ ਸਵੈ ਘਟ ਰਾਮ ਬੋਲੇ, ਅਸੀਂ ਪੜ੍ਹਦੇ ਹਾਂ ਸਭ ਗੋਬਿੰਦ ਹੈ, ਸਭ ਗੋਬਿੰਦ ਹੈ। ਸਾਨੂੰ ਨਹੀਂ ਦਿਸਣਾ ਕਿਉਂਕਿ ਮਨ ਮੈਲੇ ਬੜੇ ਆ, ਜੀਵਨ ਉਸ ਅਵਸਥਾ 'ਚ ਨਹੀਂ ਪਹੁੰਚਿਆ। ਤ੍ਰਿਲੋਚਨ ਕਹਿੰਦਾ ਐਵੇਂ ਮਾਰਦਾ ਮੈਨੂੰ ਤੇ ਦਿਸਦਾ ਨਹੀਂ। ਬਾਬਾ ਧੰਨਾ ਜੀ ਕਹਿੰਦੇ ਮੈਂ ਝੂਠ ਨਹੀਂ ਬੋਲਦਾ, ਮੇਰੇ ਤੇ ਸਾਰੇ ਕੰਮ ਹੀ ਹੁਣ ਰੱਬ ਹੀ ਕਰਦਾ। ਕਹਿੰਦਾ ਫਿਰ ਇਦਾਂ ਕਰ ਮੈਨੂੰ ਦਰਸ਼ਨ ਕਰਾ, ਮੈਨੂੰ ਵੀ ਤੇਰੀ ਰੱਬ ਮੰਨਦਾ। ਤੇ ਫਿਰ ਬਾਬਾ ਧੰਨਾ ਜੀ ਨਾ ਰੱਬ ਜੀ ਨੂੰ ਕਹਿੰਦੇ ਆ ਜਾ ਰੱਬ ਮੇਰੀਆਂ ਗਊਆਂ ਚਾਰਨ ਗਿਆ।
ਕਹਿੰਦੇ ਜਾ ਕੇ ਕਹਿੰਦੇ ਰੱਬ ਜੀ ਨੂੰ ਵੀ ਦਰਸ਼ਨ ਦਿਓ। ਕਹਿੰਦੇ ਨਾ, ਇਹਨੂੰ ਦਰਸ਼ਨ ਨਹੀਂ ਦੇਣੇ, ਬੜਾ ਕਪਟੀ ਆ, ਧੋਖੇਬਾਜ਼ ਆ, ਠੱਗੀਆਂ ਕਰਦਾ, ਲੋਕਾਂ ਨੂੰ ਧਰਮ ਦੇ ਨਾਂ ਤੇ ਪ੍ਰਚਾਰ ਕਰਕੇ ਸੱਚ ਨੂੰ ਦਰਸਾਉਂਦਾ ਤੇ ਆਪ ਸੱਚ ਤੋਂ ਬੜੀ ਦੂਰ ਹੈ। ਕਹਿੰਦੇ ਤੈਨੂੰ ਪਤਾ ਧੰਨਿਆ, ਇਹਨੇ ਤੈਨੂੰ ਵੀ ਗਲੋਂ ਲਾਹਣ ਦੇ ਲਈ ਤੇਰੀ ਸੱਜਰੀ ਗਾਂ ਲੈ ਲਈ ਤੇ ਤੈਨੂੰ ਪੱਥਰੀ ਲੂਣ ਘੋਟ ਨਾਲ ਲਵੇਟ ਕੇ ਦੇਤਾ ਕਿ ਜਾ ਗਲੋਂ ਲੈ। ਕਹਿੰਦਾ ਬਾਬਾ ਪ੍ਰਮਾਤਮਾ ਕੋਈ ਗੱਲ ਨਹੀਂ, ਜੋ ਵੀ ਹੈ ਤੇਰਾ ਭਗਤ ਤੈਨੂੰ ਕਹਿ ਰਿਹਾ, ਇਹਨੂੰ ਦਰਸ਼ਨ ਦੇ। ਸੰਗਤ ਜੀ, ਬਾਬਾ ਧੰਨਾ ਜੀਆਂ ਦੇ ਕਹਿਣ ਤੇ ਕਹਿੰਦੇ ਉਸ ਬ੍ਰਾਹਮਣ ਨੂੰ ਵੀ ਦਰਸ਼ਨ ਹੋਏ। ਕਹਿੰਦੇ ਦਰਸ਼ਨ ਹੀ ਨਹੀਂ ਹੋਏ, ਉਹਦੇ ਜਨਮਾਂ ਜਨਮਾਂ ਦੀ ਜਿੰਨੀ ਮੈਲ ਸੀ ਨਾ, ਪਰਮਾਤਮਾ ਦੇ ਦਰਸ਼ਨਾਂ ਨੇ ਲਾਹ ਕੇ ਰੱਖਤੀ। ਉਸ ਘਟਨਾ ਤੋਂ ਬਾਅਦ ਬਾਬਾ ਧੰਨਾ ਜੀ ਦੀ ਇੰਨੀ ਵਡਿਆਈ ਫੈਲੀ ਕਿ ਬਾਬਾ ਧੰਨਾ ਜੀ ਦੀ ਬੜੀ ਪੂਜਾ ਪ੍ਰਤਿਸ਼ਠਾ ਆਓ ਭਗਤ ਉਸ ਇਲਾਕੇ 'ਚ ਤੇ ਉਸ ਸਮੇਂ ਸੰਸਾਰ 'ਚੋਂ ਲੱਗੀ। ਫਿਰ ਬਾਬਾ ਧੰਨਾ ਜੀ ਨੇ ਗੁਰੂ ਧਾਰਨ ਕੀਤਾ। ਉਹ ਗੁਰੂ ਮੈਂ ਤੁਹਾਨੂੰ ਆਰੰਭ 'ਚ ਦੱਸਿਆ। ਗੁਰੂ ਧਾਰਨ ਤੋਂ ਬਾਅਦ ਬਾਬਾ ਧੰਨਾ ਜੀ ਇਸੇ ਤਰ੍ਹਾਂ ਰੱਬ ਦੀ ਬੰਦਗੀ ਕਰਦੇ ਆ। ਤੇ ਇੱਕ ਨਵੀਂ ਚੀਜ਼ ਹੈ ਕਿ ਬਾਬਾ ਧੰਨਾ ਜੀ ਕਹਿੰਦੇ, ਵੈਸੇ ਅਸੀਂ ਜਦੋਂ ਆਰਤੀ ਕਰਦੇ ਹਾਂ ਉਹਦੇ ਵਿੱਚ ਅਸੀਂ ਨਾ ਇਹ ਸ਼ਬਦ ਪੜ੍ਹਦੇ ਹਾਂ ਆਰਤਾ। ਆਰਤੀ ਸ਼ਬਦ ਨਾ ਇਸਤਰੀ ਲਿੰਗ ਤੇ ਆਰਤਾ ਸ਼ਬਦ ਪੁਲਿੰਗ ਹੈ। ਆਰਤੀ ਦੇ ਵਿੱਚ ਆਰਤਾ ਸ਼ਬਦ ਜਿਹੜਾ ਉਹ ਐਵੇਂ ਧੱਕੇ ਨਾਲ ਹੀ ਵਾੜ ਦਿੱਤਾ, ਉਹ ਹੈ ਨਹੀਂ ਇਹਦਾ ਸ਼ਬਦ। ਬਾਬਾ ਜੀ ਨੂੰ ਜਦੋਂ ਰੱਬ ਨੇ ਕਿਹਾ ਮੇਰੀ ਭਗਤੀ ਕਰ, ਤੇ ਬਾਬਾ ਜੀ ਕਹਿੰਦੇ ਭਗਤੀ ਜ਼ਰੂਰ ਕਰਾਂਗਾ ਪਰ ਮੇਰੀਆਂ ਕੁਝ ਡਿਮਾਂਡਾਂ ਤੇ ਪੂਰੀਆਂ ਕਰੋ। ਉਹ ਭੋਲੇ ਭਾਜ ਕਿਹੜੀਆਂ ਡਿਮਾਂਡਾਂ ਸੀ? ਉਹ ਫਿਰ ਅਸੀਂ ਇਹ ਸ਼ਬਦ ਪੜ੍ਹੀਏ ਕਿ ਪ੍ਰਮਾਤਮਾ ਲੋਕ ਤੇਰੀ ਆਰਤੀ ਕਰਦੇ ਆ, ਮੈਂ ਤੇ ਆਰਤਾ ਤੇਰਾ ਗਾਵਾਂਗਾ। ਆਰਤਾ ਦਾ ਭਾਵ ਹੁੰਦਾ ਮੈਂ ਤੇਰਾ ਲੋੜਵੰਦ ਹੈ, ਤੇਰੇ ਦਰ ਦਾ ਮੰਗਤਾ। ਫਿਰ ਬਾਬਾ ਜੀ ਧਨਾਸੀ ਰਾਗ 'ਚ ਸ਼ਬਦ ਗਾਉਂਦੇ, ਗੋਪਾਲ ਤੇਰਾ ਆਰਤਾ। ਗੋਪਾਲ ਦੇ ਅਰਥ ਕੀ ਨੇ ਸੰਗਤ ਜੀ? ਕਿ ਜਿਹੜਾ ਧਰਤੀ ਨੂੰ ਪਾਲ ਰਿਹਾ, ਧਰਤੀ ਦੇ ਚੀਟੀ ਤੇ ਕੁੰਚਰ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸਤਿਗੁਰੂ ਸੱਚੇ ਪਿਤਾ ਉਸ ਪ੍ਰਮਾਤਮਾ ਨੂੰ ਬਾਬਾ ਧੰਨਾ ਜੀ ਕਹਿੰਦੇ ਮੈਂ ਤੇਰਾ ਮੰਗਤਾ ਹਾਂ, ਭਿਖਾਰੀਆਂ ਤੇਰੇ ਦਰ ਦਾ, ਜੋ ਜਨ ਤੁਮਰੀ ਭਗਤ ਕਰਨ ਤੇ। ਭਗਤ ਦੇ ਤੱਤੇ ਨੂੰ ਸਹਾਰੀਏ ਦਾ ਭਾਵ ਜੋ ਤੇਰਾ ਨਾਮ ਜਪਦੇ, ਤੈਨੂੰ ਚੇਤੇ ਕਰਦੇ ਨੇ, ਤਿਨਕੇ ਕਾਜ ਸਵਾਰਤਾ। ਉਹਨਾਂ ਦੇ ਤੁਸੀਂ ਹਰ ਇੱਕ ਕਾਰਜ ਨੂੰ ਸਵਾਰਦੇ ਹੋ। ਰੱਬ ਨਾਲ ਭਗਤ ਜੀ ਗੱਲਾਂ ਕਰ ਰਹੇ ਤੇ ਬਾਬਾ ਜੀ ਕਹਿੰਦੇ ਪ੍ਰਮਾਤਮਾ ਮੈਨੂੰ ਇਹ ਕੁਝ ਚਾਹੀਦਾ, ਦਾਲ ਸੀਦਾ ਮੰਗੋ ਘੀਓ। ਮੈਨੂੰ ਦਾਲ ਦੇ, ਸੀਦਾ ਮੈਨੂੰ ਆਟਾ ਦੇ, ਮੈਨੂੰ ਦਾਲ ਦੇ, ਮੈਨੂੰ ਆਟਾ ਦੇ ਤੇ ਮੈਨੂੰ ਘਿਓ ਦੇ। ਦਾਲ ਸੀਦਾ ਮੰਗੋ ਘੀਓ, ਹਮਰਾ ਖੁਸ਼ੀ ਕਰੈ ਨਿਤ ਜੀਓ। ਤਾਂ ਕਿ ਇਸ ਭੋਜਨ ਨੂੰ ਲੈ ਕੇ ਮੈਂ ਆਨੰਦ ਦੀ ਬੇਫਿਕਰੀ ਦੀ ਜ਼ਿੰਦਗੀ ਭੋਗਾਂ। ਦਾਲ ਸੀਦਾ ਮੰਗੋ ਘੀਓ, ਹਮਰਾ ਖੁਸ਼ੀ ਕਰੈ ਨਿਤ ਜੀਓ। ਪੰਨੀਆਂ ਸਾਧਨੀਕਾ। ਪੰਨੀਆਂ ਸ਼ਬਦ ਹਿੰਦੀ 'ਚ ਜੁੱਤੀ ਨੂੰ ਕਹਿੰਦੇ ਆ। ਮੈਨੂੰ ਪੈਰਾਂ 'ਚ ਪਾਉਣ ਦੇ ਲਈ ਇੱਕ ਸੋਹਣੀ ਜੁੱਤੀ ਦੇ, ਫਿਰ ਮੈਂ ਤੇਰੀ ਭਗਤੀ ਵੀ ਕਰਾਂਗਾ। ਇਹ ਵੇਖੋ ਪ੍ਰੇਮ ਦੀਆਂ ਖੇਡਾਂ ਨੇ ਸਾਧ ਸੰਗਤ ਜੀ, ਇਹ 'ਚ ਸ਼ਰਤਾਂ ਨਹੀਂ ਲੱਗਦੀਆਂ ਪਈਆਂ। ਪੰਨੀਆਂ ਸਾਧਨੀਕਾ, ਸਾਧਨ ਕਹਿੰਦੇ ਆ ਐ ਸੋਹਣੀ। ਪੰਨੀਆਂ ਸਾਧਨੀਕਾ, ਅਨਾਜ ਮੰਗੋ ਸਤ ਸੀਕਾ। ਪੰਨੀਆਂ ਦੇ ਨਾਲ ਸਾਧਨ ਦਾ ਭਾਵੇਂ ਮੈਨੂੰ ਸੋਹਣਾ ਕੱਪੜਾ ਵੀ ਦੇ ਜਿਹੜਾ ਛੇਤੀ ਕਿਤੇ ਪਾਟੇ ਨਾ। ਪੰਨੀਆਂ ਸਾਧਨੀਕਾ, ਅਨਾਜ ਮੰਗੋ ਸਤ ਸੀਕਾ। ਵੈਸੇ ਸ਼ਬਦ ਦੇ ਬਹੁਤ ਵਾਰ ਅਰਥ ਕੀਤੇ ਨੇ ਕਿ ਸੱਤ ਸੀਆਂ ਲਾ ਕੇ ਵਾਹੀ ਹੋਈ ਪੈਲੀ ਵਿੱਚੋਂ ਜਿਹੜੀ ਕਣਕ ਉਗਦੀ ਆ ਉਹ ਮੈਨੂੰ ਦੇ। ਉਹ ਆਟਾ ਬੜਾ ਵਧੀਆ ਆਂਦਾ, ਉਹਦੀ ਰੋਟੀ ਬੜੀ ਵਧੀਆ ਪੱਕਦੀ ਆ। ਬਾਬਾ ਧੰਨਾ ਜੀ ਜ਼ਿਮੀਂਦਾਰ ਨੇ। ਪੰਨੀਆਂ ਸਾਧਨੀਕਾ, ਅਨਾਜ ਮੰਗੋ ਸਤ ਸੀਕਾ। ਗਊ ਭੈਂਸ ਮੰਗੋ ਲਾਵੇਰੀ। ਕਹਿੰਦੇ ਇੱਕ ਗਾਂ ਦੇ ਤੇ ਇੱਕ ਭੈਂਸ ਦੇ, ਮੱਝ ਵੀ ਦੇ ਤੇ ਗਾਂ ਵੀ ਦੇ, ਪਰ ਫੰਡਰ ਨਾ ਦੇਈ, ਚੰਗਾ ਦੁੱਧ ਦਿੰਦੀ ਹੋਵੇ। ਵੇਖੋ ਬਾਬਾ ਧੰਨਾ ਜੀ ਰੱਬ ਜੀ ਅੱਗੇ ਡਿਮਾਂਡਾਂ ਰੱਖਦੇ ਕਿ ਗਊ ਭੈਂਸ ਮੰਗੋ ਲਾਵੇਰੀ। ਲਾਵੇਰੀ ਸ਼ਬਦ ਅਸੀਂ ਸਮਝਦੇ ਆ ਨਾ ਕਿ ਲਵੇਰੀ ਦੇ, ਦੁੱਧ ਦੇਣ ਵਾਲੀ। ਕਿਉਂਕਿ ਸਾਧੂਆਂ ਭਗਤਾਂ ਨੇ ਆਉਣਾ ਮੇਰੇ ਘਰ 'ਚ ਤੇ ਦੁੱਧ ਦੀ ਕਮੀ ਕੋਈ ਨਾ ਆਵੇ। ਗਊ ਭੈਂਸ ਮੰਗੋ ਲਾਵੇਰੀ, ਇੱਕ ਤਾਜਨ ਤੁਰੀ। ਕਹਿੰਦੇ ਮੈਨੂੰ ਮੰਨ ਲਓ ਅੱਜ ਦੇ ਸਮੇਂ 'ਚ ਬਾਬਾ ਜੀ ਹੋਵੇ ਤੇ ਗੱਡੀ ਮੰਗ ਰਿਹਾ ਤੇ ਮਾੜੀ ਮੋਟੀ ਨਹੀਂ ਓਡੀ ਮੰਗਦੇ ਪਏ ਆ। ਮਰਸੀਡੀਜ਼ ਮੈਨੂੰ ਚਾਹੀਦੀ ਆ। ਕਹਿੰਦੇ ਦੇਖੋ ਇੱਥੇ ਤੁਰਕਾਨੀ ਤੇ ਅਰਬੀ ਘੋੜੀਆਂ ਸਭ ਤੋਂ ਮਹਿੰਗੀਆਂ ਹੁੰਦੀਆਂ ਸੀ ਉਸ ਸਮੇਂ, ਜਿਨ੍ਹਾਂ ਦਾ ਲੱਖਾਂ ਦਾ ਮੁੱਲ ਸੀ ਨਾ। ਬਾਬਾ ਧੰਨਾ ਜੀ ਕਹਿੰਦੇ ਮੈਂ ਕਰਾਂਗਾ ਤੇਰੀ ਭਗਤੀ, ਮੈਂ ਤੇਰਾ ਭਗਤ ਵੀ ਆ, ਪਰ ਮੈਨੂੰ ਆ ਕੁਝ ਚਾਹੀਦਾ, ਵਧੀਆ ਘੋੜੀ ਦੇ, ਮੈਨੂੰ ਆਣ ਜਾਣ 'ਚ ਔਖ ਨਾ ਹੋਵੇ। ਤੇ ਅੱਗੇ ਫਿਰ ਇੱਕ ਗੱਲ ਹੋਰ ਕਹਿੰਦੇ ਆ, ਇੱਕ ਤਾਜਨ ਤੁਰੀ ਚੰਗੇਰੀ, ਘਰ ਕੀ ਗੀਹਨ ਚੰਗੀ। ਮੈਨੂੰ ਘਰ ਦੇ ਵਿੱਚ ਉਹ ਤੀਵੀਂ ਦੇ ਕਿ ਪਾਣੀ ਮੰਗਾ ਪੱਥਰ ਨਾ ਮਾਰੇ, ਪਾਣੀਓ ਹੀ ਦੇਵੇ ਮੈਨੂੰ। ਬਾਬਾ ਧੰਨਾ ਜੀ ਕਹਿੰਦੇ ਪਤੀ ਵਰਤਾ ਹੋਵੇ, ਬੜੀ ਸੁਸ਼ੀਲ ਹੋਵੇ। ਇੱਥੇ ਸੁਹੱਪਣ ਸੁੰਦਰਤਾ ਚਿਹਰੇ ਦੀ ਨਹੀਂ ਮੰਗੀ,
ਇੱਕ ਘਰ ਕੀ ਗੀਹਣ ਚੰਗੀ ਦਾ ਭਾਵੇਂ ਉਹ ਕਿਰਦਾਰ ਪੱਖੋਂ ਬੜੀ ਉੱਚੀ ਹੋਵੇ, ਬੰਦਗੀ ਵਿੱਚ ਲੀਨ ਹੋਵੇ, ਸਾਧੂਆਂ ਸੰਤਾਂ ਦੀ ਸੇਵਾ ਕਰਨ ਵਾਲੀ ਹੋਵੇ, ਜਨ ਧੰਨਾ ਲੇਵੈ ਮੰਗੀ। ਹੁਣ ਧੰਨਾ ਬਾਬਾ ਧੰਨਾ ਜੀ ਕਹਿੰਦੇ ਮੈਨੂੰ ਸਭ ਕੁਝ ਦਿਓ, ਇਹ ਭਰੋਸਾ ਸੀ ਨਾ। ਤੇ ਗੁਰੂ ਕੀ ਬਾਣੀ ਜਦੋਂ ਪੜ੍ਹੋ ਨਾ ਸੰਗਤ ਜੀ, ਬਾਣੀ ਵਿੱਚ ਬਾਬਾ ਕਬੀਰ ਜੀ ਦਾ ਇੱਕ ਮਿਲਦਾ ਸ਼ਬਦ ਹੈ, ਜਿੱਥੇ ਬਾਬਾ ਜੀ ਕਹਿੰਦੇ ਭੁੱਖੇ ਭਗਤ ਨਾ ਕੀਜੈ, ਯਹ ਮਾਲਾ ਆਪਣੀ ਲੀਜੈ। ਕਹਿੰਦੇ ਪ੍ਰਮਾਤਮਾ ਭੁੱਖੇ ਢਿੱਡ ਨਹੀਂ ਬੰਦਗੀ ਹੁੰਦੀ, ਭੁੱਖੇ ਢਿੱਡ ਰੱਬ ਰੱਬ ਨਹੀਂ ਹੁੰਦਾ। ਜੇ ਤੂੰ ਭੁੱਖੇ ਢਿੱਡ ਹੀ ਰੱਬ ਰੱਬ ਕਰਾਉਣਾ ਤੇ ਅੱਲਾ ਆਪਣੀ ਮਾਲਾ ਤੇ ਅਸੀਂ ਇੱਕ ਪਾਸੇ ਆ। ਭੁੱਖੇ ਭਗਤ ਨਾ ਕੀਜੈ ਯਹ ਮਾਲਾ ਆਪਣੀ ਲੀਜੈ। ਤੇ ਬਾਬਾ ਜੀ ਕਹਿੰਦੇ ਫਿਰ ਮੈਨੂੰ ਇੱਕ ਹੋਰ ਕਿਰਪਾ ਕਰ, ਮੈਨੂੰ ਆਪਣੇ ਸੰਤਾਂ ਦਾ ਪਿਆਰ ਦੇ, ਮੈਨੂੰ ਆਪਣੇ ਸੰਤਾਂ ਦੀ ਸੰਗਤ ਦੇ, ਤਾਂ ਕਿ ਮੈਂ ਉਹਨਾਂ ਦੀ ਸੰਗਤ ਵਿੱਚ ਰਹਿ ਕੇ ਪ੍ਰਮਾਤਮਾ ਤੇਰੇ ਗੁਣ ਗਾ ਸਕਾਂ। ਸੱਚ ਇਵੇਂ ਬਾਬਾ ਧੰਨਾ ਜੀ ਨੇ ਚੀਜ਼ਾਂ ਮੰਗੀਆਂ ਜੀ ਕਿ ਮਾਦੋ ਕੈਸੀ ਬਣੈ ਤੁਮ ਸੰਗੇ, ਆਪ ਨਾ ਦੇਵੋ ਤਾਂ ਲੇਵੋ ਮੰਗੇ। ਤੇਰੇ ਕੋਲੋਂ ਕਾਹਦਾ ਸੰਗਣਾ। ਵੇਖੋ ਜੇ ਸਿੱਖ ਹੋ ਗਏ ਨਾ ਆਪਾਂ, ਗੁਰੂ ਨਾਨਕ ਦੇ ਘਰ ਤੋਂ ਸੰਗਦੇ ਆ ਕਿ ਸਾਨੂੰ ਆਹ ਕੁਝ ਚਾਹੀਦਾ, ਮੈਂ ਕਿਵੇਂ ਮੰਗਾ, ਮੈਂ ਤੇ ਬਾਣੀ ਨਹੀਂ ਪੜਦਾ, ਮੈਂ ਨਹੀਂ। ਫਿਰ ਮਾਂ ਸੱਚੇ ਪਿਤਾ ਕਹਿੰਦੇ ਤੂੰ ਤੇ ਅਧੂਰਾ ਰਹਿ ਜਾਏਗਾ। ਇੱਥੇ ਜਦੋਂ ਅਸੀਂ ਅਰਦਾਸ ਦੇ ਗੁਣ ਵੇਖਦੇ ਆ, ਕਈ ਵਾਰੀ ਮਹਾਰਾਜ ਕਹਿੰਦੇ ਇੱਕ ਭਿਖਾਰੀ ਵਰਗਾ ਢੀਠ ਬਣ। ਭਿਖਾਰੀ ਨੂੰ ਧੱਕੇ ਮਾਰਦੇ ਬੂਹੇ ਤੇ ਖਲੋਤੇ ਨੂੰ ਲੋਕ, ਮੰਦਾ ਬੋਲਦੇ ਆ, ਉਹ ਤਾਂ ਵੀ ਵਿਚਾਰਾ ਸੀਸਾਂ ਦੇਈ ਜਾਊਗਾ, ਦੇ ਦੇ ਮਾਤਾ ਤੇਰੇ ਪੁੱਤ ਜੀਣਗੇ, ਤੇਰੇ ਪੁੱਤਾਂ ਦੀਆਂ ਕਮਾਈਆਂ 'ਚ ਵਾਧਾ ਹੋਵੇ। ਮਹਾਰਾਜ ਕਹਿੰਦੇ ਕਿ ਭਿਖਾਰੀ ਬਣਗਾ, ਢੀਠ ਬਣ ਜਾ, ਇੰਨਾ ਢੀਠ ਬਣ ਜਾ ਕਿ ਰੱਬਾ ਉਦਣ ਹੀ ਹੁਣ ਤੇਰਾ ਕਿਹੜਾ ਛੱਡਣਾ ਜਿੱਦਣ ਮੇਰੀ ਝੋਲੀ 'ਚ ਖੈਰ ਪਾ ਦੇਗਾ। ਕਾਲਾ ਨਾ ਪੈ ਮਹਾਰਾਜ ਕੋਲੋਂ ਵਸਤ ਮੰਗਣ ਲੱਗੇ। ਇੱਥੇ ਗੁਰੂ ਸਾਹਿਬ ਕਹਿੰਦੇ ਪਾਵੋ ਦਾਨ, ਢੀਠ ਹੋਏ ਮੰਗੋ। ਮੈਂ ਤੇ ਢੀਠ ਹੋ ਗਿਆ। ਤੇ ਰੱਬ ਦੀ ਵਡਿਆਈ ਕਰਦੇ ਆ। ਬਾਜਾਂ ਵਾਲੇ ਨੇ ਸ਼ਬਦ ਜਾਪ ਸਾਹਿਬ 'ਚ ਵਰਤਿਆ ਜੀ। ਮਹਾਰਾਜ ਸੱਚੇ ਪਿਤਾ ਜਦੋਂ ਅਸੀਂ ਕਿ ਜਾਹਰ ਜ਼ਹੂਰ ਹੈ ਸ਼ਬਦ ਪੜ੍ਹਦੇ ਨਾ, ਉਹਦੇ ਵਿੱਚ ਤੁਸੀਂ ਪੜ੍ਹਿਓ ਤੇ ਰੱਬ ਨੂੰ ਅਢੀਠ ਸ਼ਬਦ ਗੁਰੂ ਗੋਬਿੰਦ ਸਿੰਘ ਵਰਤਦੇ ਆ। ਸੋ ਸਤਿਗੁਰੂ ਸੱਚੇ ਪਿਤਾ ਜੀ ਕਹਿੰਦੇ ਨੇ ਇਸ ਸ਼ਬਦ ਦੇ ਅੰਦਰ ਬਾਬਾ ਕਬੀਰ ਜੀ, ਦੋਇਸਰ ਮੰਗੋ ਚੂਨਾ, ਪਾਓ ਕੀਓ ਸੰਗ ਲੂਨਾ, ਅਧ ਸੇਰ ਮੰਗੂ ਦਾਲੇ, ਮੋਕੋ ਦੋਨੋਂ ਵਕਤ ਜਵਾਲੇ, ਖਾਟ ਮੰਗੂ ਸੱਚ ਇਵੇ, ਚੌਪਾਈ ਸਿਰਹਾਣਾ ਅਵਰ ਤੁਲਾਈ, ਉੱਪਰ ਕੋ ਮੰਗੋ ਖੀਂਦਾ, ਤੇਰੀ ਭਗਤ ਕਰੈ ਜਨ ਥੀਂਦਾ। ਹੁਣ ਦੇਖੋ ਬਾਬਾ ਜੀ ਨੇ ਸਭ ਕੁਝ ਮੰਗਿਆ। ਕਹਿੰਦੇ ਮੈਨੂੰ ਦਾਲ ਦੇ, ਘਿਓ ਦੇ, ਲੂਣ ਦੇ, ਵਧੀਆ ਮੰਜਾ ਦੇ, ਸਰਾਣਾ ਵੀ ਦੇ, ਤਲਾਈ ਵੀ ਦੇ ਤੇ ਰਜਾਈ ਵੀ ਦੇ। ਸਭ ਕੁਝ ਖਾ ਕੇ ਲੈ ਕੇ ਤੇ ਹੁਣ ਕੀ ਬਾਬਾ ਜੀ ਤੁਸੀਂ ਆਰਾਮ ਨਾਲ? ਕਹਿੰਦੇ ਨਹੀਂ, ਹੁਣ ਮੈਂ ਉਸੇ ਮੰਜੇ ਤੇ ਬਹਿ ਕੇ ਹੁਣ ਰੱਬ ਦੀ ਬਾਣੀ ਪੜਾਂਗਾ, ਵਾਹਿਗੁਰੂ ਵਾਹਿਗੁਰੂ ਦੀ ਧੁਨ ਉਠਾਵਾਂਗਾ। ਬਾਬਾ ਜੀ ਕਹਿੰਦੇ ਤੇਰੀ ਭਗਤ ਕਰੈ ਜਨ ਥੀਂਦਾ। ਤੇ ਥਿੰਦਾ ਸ਼ਬਦ ਉਹਨੂੰ ਕਹਿੰਦੇ ਆ ਜਦੋਂ ਘਿਓ ਰਚਿਆ ਹੋਵੇ ਨਾ ਭਾਂਡੇ 'ਚ ਤੇ ਉੱਤੇ ਪਾਣੀ ਨਹੀਂ ਠਹਿਰਦਾ, ਘਿਓ ਭਾਂਡੇ ਨੂੰ ਥੋੜੀ ਕਿਤੇ ਛੱਡਦਾ ਨਹੀਂ, ਚੰਗੀ ਤਰ੍ਹਾਂ ਮਾਂਜਣਾ ਪੈਂਦਾ। ਇਹਦਾ ਭਾਵੇਂ ਇੱਕਮਿਕ ਹੋ ਕੇ ਬਾਬਾ ਕਬੀਰ ਤੇਰੀ ਭਗਤੀ ਕਰੂਗਾ ਤੇ ਸੱਚ ਇਵੇਂ ਥਿੰਦੇ ਭਾਂਡੇ ਤੇ ਜਿਵੇਂ ਪਾਣੀ ਨਹੀਂ ਠਹਿਰਦਾ, ਤੇਰੀ ਭਗਤੀ 'ਚ ਓਤ-ਪੋਤ ਹੋ ਕੇ ਮੈਂ ਮਨ ਤੇ ਵਕਾਰਾਂ ਦਾ ਪਾਣੀ ਨਹੀਂ ਰੁਕਣ ਦਿਆਂਗਾ। ਬਾਬਾ ਕਬੀਰ ਜੀ ਕਹਿੰਦੇ ਮੈਂ ਨਾ ਹੀ ਕੀਤਾ ਲੱਭੋ, ਇੱਕ ਨਾਉ ਤੇਰਾ ਮੈਂ ਫੱਬੋ। ਜੇ ਕੋਈ ਮੈਨੂੰ ਕਵੇ ਤੀ ਕਬੀਰ ਤੇ ਲਾਲਚ ਕਰਦਾ, ਨਹੀਂ ਕਬੀਰ ਜੀ ਕਹਿੰਦੇ ਮੈਂ ਲਾਲਚ ਨਹੀਂ ਕੀਤਾ, ਮੈਂ ਤੇ ਜੋ ਲੋੜ ਸੀ ਉਹੀ ਮੰਗੀ ਆ, ਨਹੀਂ ਤੇ ਪਾਈਆ ਆਟਾ ਕੌਣ ਮੰਗਦਾ ਰੱਬ ਕੋਲੋਂ। ਅਸੀਂ ਤਾਂ ਕਹਿੰਦੇ ਆ 100 ਕਿੱਲਾ ਤੇ ਉਹਦੇ ਨਾਲ ਵੀ ਨਹੀਂ ਢਿੱਡ ਭਰਦਾ ਸਾਡਾ, ਤੇ ਕੌਣ ਮੰਗਦਾ ਮਹਾਰਾਜ ਕੋਲੋਂ ਲੂਣ ਆ ਕੇ, ਅਸੀਂ ਸਿੱਧੀ ਫੈਕਟਰੀ ਹੀ ਮੰਗਾਂਗੇ ਨਾ। ਗੁਰੂ ਸਾਹਿਬ ਕੋਲੋਂ ਕੌਣ ਸਰਾਣਾ ਤਲਾਈ ਮੰਗੂਗਾ, ਅਸੀਂ ਤਾਂ ਕਹਿਣਾ ਬਸ ਮੈਨੂੰ ਦੇ ਦੇ ਸਭ ਕੁਝ ਜੋ ਕੁਝ ਹੈ, ਮੈਨੂੰ ਲੋੜ ਦਾ ਦੇ ਤੇ ਮੈਂ ਲੋੜ ਦੇ ਵਿੱਚ ਰਹਿ ਕੇ ਤੇਰੀ ਭਗਤੀ ਕਰਾਂ, ਕਿਉਂਕਿ ਮੈਨੂੰ ਲਾਲਚ ਕੋਈ ਨਹੀਂ। ਕਹਿ ਕਬੀਰ ਮਨ ਮਾਨਿਆ ਤੋ ਹਰ ਜਾਣਿਆ। ਬਾਬੇ ਕਬੀਰ ਦਾ ਮਨ ਮੰਨ ਗਿਆ ਤੇਰੀ ਭਗਤੀ ਲਈ। ਮਨ ਮੰਨਣ ਦੇ ਨਾਲ ਹੀ ਰੱਬ ਦੀ ਪ੍ਰਾਪਤੀ ਹੁੰਦੀ ਹੈ। ਇੱਕ ਸ਼ਬਦ ਜੋ ਬਾਬਾ ਧੰਨਾ ਜੀਆਂ ਦੀ ਅਸੀਂ ਪ੍ਰਸੰਗ ਨੂੰ ਲੈ ਕੇ ਚੱਲ ਰਹੇ ਹਾਂ, ਉਹਨਾਂ ਦੀ ਬਾਣੀ ਵਿੱਚੋਂ ਇਹ ਸ਼ਬਦ ਅਸੀਂ ਆਪ ਜੀਆਂ ਦੇ ਹਜ਼ੂਰ ਰੱਖਣਾ ਕਿ ਜਦੋਂ ਸਾਨੂੰ ਭਰੋਸਾ ਆਵੇਗਾ ਕਿ ਅਸੀਂ ਵੀ ਰੱਬ ਦੀ ਆਰਤੀ ਕਰਨੀ, ਅਸੀਂ ਵੀ ਰੱਬ ਦੇ ਦਰ ਤੇ ਭਿਖਾਰੀ ਹਾਂ, ਤੇ ਬਾਬਾ ਜੀ ਕਹਿੰਦੇ ਇੰਨਾ ਭਰੋਸਾ ਕਰੋ, ਰੇ ਚਿਤ ਚੇਤਸ ਕੀ ਨਹੀਂ ਦਿਆਲ ਦਮੋਦਰ ਬਿਬੈ ਨਾ ਜਾਣ ਸਕੋਈ, ਜੇ ਧਾਮੈ ਬ੍ਰਹਮੰਡ ਖੰਡ ਕੋ ਕਰਤਾ ਕਰੇ ਸੋਈ। ਕਹਿੰਦੇ ਦੁਨੀਆ ਦੇ ਲੋਗੋ ਧਰਤੀ ਦੇ ਕਿਸੇ ਕੋਨੇ 'ਚ ਚਲੇ ਜਾਓ, ਹਰ ਥਾਂ ਦੇ ਉੱਤੇ ਡੰਕਾ ਕੇਵਲ ਉਸ ਪਰਮਾਤਮਾ ਦਾ ਵੱਜਦਾ, ਹੁਕਮ ਦਾ, ਤੇ ਉਸ ਪਰਮਾਤਮਾ ਤੋਂ ਬਿਨਾਂ ਆਪਣੇ ਚਿੱਤ 'ਚ ਕਿਸੇ ਹੋਰ ਦਾ ਖਿਆਲ ਨਾ ਲੈ ਕੇ ਆਇਆ ਕਰੋ। ਫਿਰ ਉਸ ਵਾਹਿਗੁਰੂ ਜੀ ਦੀ ਵਡਿਆਈ ਕਰਦਿਆਂ ਬਾਬਾ ਧੰਨਾ ਜੀ ਕਹਿੰਦੇ ਨੇ, ਜਨਨੀ ਕੇਰੇ ਉਦਰ ਉਦਕ ਮੈਂ ਪਿੰਡ ਕੀਆ 10 ਦੁਆਰਾ।
ਵੇਖੋ ਮਾਝ ਸੱਚੇ ਪਿਤਾ ਜੀ ਕਹਿੰਦੇ ਮਾਤਾ ਦੇ ਕੁੱਖ ਦੇ ਵਿੱਚ ਅੱਗ ਤੇ ਪਾਣੀ ਦਾ ਬਲੈਡਰ ਤੇ ਉਹਦੇ ਵਿੱਚ ਬੱਚਾ ਪਲਦਾ। ਇੱਥੇ ਬਹੁਤ ਵਾਰ ਇੱਕ ਗੱਲ ਦੱਸੀ, ਤੁਸੀਂ ਹੁਣੇ ਜਾ ਕੇ ਨਾ ਬਾਲਟੀ ਪਾਣੀ ਦੀ ਲਓ, ਕੋਸੇ ਪਾਣੀ ਦੀ, ਤੇ ਉਹਦੇ ਵਿੱਚ ਆਪਣੇ ਪੈਰ ਜਾਂ ਹੱਥ ਡਬੋ ਲਓ, ਘੰਟੇ 2 ਘੰਟੇ ਡਬੋ ਕੇ ਰੱਖੋ, ਤੁਹਾਡੇ ਹੱਥ ਗਲਣੇ ਸ਼ੁਰੂ ਹੋ ਜਾਣਗੇ। ਹੁੰਦਾ ਨਾ ਇਦਾਂ, ਹੱਥਾਂ ਦੀਆਂ ਪੋਟੀਆਂ ਤੁਹਾਨੂੰ ਇਦਾਂ ਲੱਗੇਗਾ ਮਾਸ ਚੜਨ ਲੱਗ ਪਿਆ। ਪਰ ਕਮਾਲ ਦੀ ਗੱਲ ਏ, ਰੱਬ ਨੇ 9 ਮਹੀਨੇ ਬੱਚੇ ਨੂੰ ਪਾਣੀ 'ਚ ਰੱਖਿਆ ਪਰ ਇੱਕ ਅੰਗਣਾ ਉਹਦਾ ਗਲਣ ਦਿੱਤਾ। ਮਾਝ ਸੱਚੇ ਪਿਤਾ ਦੀ ਵੇਖੋ ਉਡਾਰੀ ਕੈਸੀ ਬਾਬੇ ਧੰਨੇ ਦੀ, ਕਿ ਕਿਹੜੀ ਯੂਨੀਵਰਸਿਟੀ 'ਚ ਪੜ੍ਹਾਈ ਕੀਤੀ ਬਾਬੇ ਧੰਨੇ ਨੇ, ਪਰ ਉਹਨੇ ਵੱਟਾਂ ਤੇ ਬਹਿ ਕੇ ਕੇਵਲ ਵੱਟਾਂ ਨਹੀਂ ਮੋੜੀਆਂ, ਉਹਨੇ ਜ਼ਮੀਨਾਂ ਨਹੀਂ ਕੱਲੀਆਂ ਵਾਹੀਆਂ, ਆਪਣੇ ਮਨ ਦੀ ਜ਼ਮੀਨ ਵਾਹ ਕੇ ਉਹਨੇ ਰੱਬ ਹੀ ਇੰਨਾ ਕਰ ਲਿਆ ਕਿ ਅੱਜ ਉਹਦੀ ਬਾਣੀ ਦੇ ਉੱਤੇ PhDਆਂ ਕਰਦੇ ਪਏ ਆ ਸਾਡੇ ਬੱਚੇ। ਸਤਿਗੁਰੂ ਦੀ ਬਾਣੀ 'ਚ ਬਾਬਾ ਜੀ ਕਹਿੰਦੇ ਜਨਨੀ ਕੇਰੇ ਉਦਰ ਉਦਕ ਮੈਂ ਪਿੰਡ ਕੀਆ 10 ਦੁਆਰਾ, ਸਾਡੇ 10 ਦੁਆਰੇ ਜੋ ਰੱਬ ਨੇ ਬਣਾਏ। ਦੇ ਆਹਾਰ ਅਗਨ ਮੈਂ ਰਾਖੈ ਐਸਾ ਖਸਮ ਹਮਾਰਾ, ਉਹ ਜਿਹੜਾ ਅੱਗ 'ਚ ਵੀ ਪਾਲਦਾ। ਦੂਜੀ ਉਦਾਹਰਨ ਸਾਨੂੰ ਦਿੱਤੀ ਇੱਕ ਕੱਛੂ ਕੁੰਮੀ ਦੀ, ਕਹਿੰਦੇ ਕੁੰਮੀ ਜਲ ਮਾਹੇ ਤਨ ਤਿਸ ਬਾਹਰ ਪੰਖ ਖੀਰ ਤਿਨ ਨਾਹੇ ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੀ। ਕਮਾਲ ਕਰਤੀ ਬਾਬਾ ਜੀ ਨੇ ਸੰਗਤ ਜੀ। ਕਹਿੰਦੇ ਕੱਛੂ ਕੁੰਮੀ ਨਾ ਜਿਹੜੀ ਉਹ ਪਾਣੀ 'ਚ ਰਹਿੰਦੀ ਆ ਤੇ ਬਾਹਰ ਵੀ ਆ ਜਾਂਦੀ ਅਸੀਂ ਜਦੋਂ ਵੇਖਦੇ ਆ, ਪਰ ਕੱਛੂ ਕੁੰਮੀ ਜਿਹੜੀ ਆਪਣੇ ਬੱਚਿਆਂ ਨੂੰ ਜਨਮ ਦਿੰਦੀ ਨਾ ਉਹ ਰੇਤੇ 'ਚ ਦਿੰਦੀ ਆ, ਰੇਤੇ 'ਚ ਕਦੇ ਪਾਣੀ 'ਚ ਨਹੀਂ ਜਨਮ ਦਿੰਦੀ। ਹੁਣ ਬਾਬਾ ਜੀ ਕਹਿੰਦੇ ਕੱਛੂ ਕੁੰਮੀ ਨੇ ਆਪਣੇ ਬੱਚੇ ਜਿਹੜੇ ਉਹ ਰੇਤੇ 'ਚ ਜੰਮੇ ਤੇ ਉਹਨੂੰ ਢੱਕਤਾ ਆਂਡਿਆਂ ਨੂੰ ਚੰਗੀ ਤਰ੍ਹਾਂ, ਆਪ ਉਹ ਫਿਰ ਪਾਣੀ 'ਚ ਆ ਗਈ, ਇਧਰ ਬੱਚੇ ਪੈਦਾ ਹੋ ਗਏ। ਕਹਿੰਦੇ ਨਾ ਬੱਚਿਆਂ ਨੂੰ ਫੰਗ ਲੱਗਿਆ ਕਿ ਉੱਡ ਕੇ ਮਾਂ ਕੋ ਜਾ ਕੇ ਦੁੱਧ ਪੀ ਲੈਣ, ਤੇ ਨਾ ਵਿਚਾਰੀ ਮਾਂ ਉਥੋਂ ਕੁਝ ਭੇਜ ਸਕਦੀ ਆ, ਉਹਨਾਂ ਨੂੰ ਪਾਲ ਕੌਣ ਰਿਹਾ। ਕਹਿੰਦੇ ਕੱਛੂ ਕੁੰਮੀ ਪਾਣੀ 'ਚ ਜੋ ਖਾਂਦੀ ਆ, ਖਾਣ ਲੱਗਿਆ ਜਦੋਂ ਚਿੱਤ 'ਚ ਬੱਚੇ ਲੈ ਕੇ ਆਉਂਦੀ ਆ, ਬਸ ਉਸ ਸੁਰਤ ਨਾਲ ਹੀ ਪ੍ਰਮਾਤਮਾ ਬੱਚਿਆਂ ਦੇ ਢਿੱਡ 'ਚ ਰਿਜ਼ਕ ਪਾ ਦਿੰਦਾ। ਕਹਿੰਦੇ ਤੂੰ ਕਿਉਂ ਡੋਲਦਾ ਮਨਾ, ਵੇਖ ਪ੍ਰਮਾਤਮਾ ਦੀ ਕੁਦਰਤ ਕਿ ਕੁੰਮੀ ਜਲ ਮਾਹੇ ਤਨ ਤਿਸ ਬਾਹਰ, ਉਹਦੇ ਬੱਚੇ ਵਿਚਾਰੇ ਤੇ ਬਾਹਰ ਪਏ ਨੇ, ਪੰਖ ਖੀਰ ਤਿਨ ਨਾਹੇ, ਨਾ ਉਹਨੂੰ ਦੁੱਧ ਲੱਗਿਆ ਤੇ ਨਾ ਉਹਨੂੰ ਫੰਗ ਲੱਗਿਆ, ਪਰ ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹਿਓ ਮਨ, ਸਮਝ ਉਸ ਪ੍ਰਮਾਤਮਾ ਦੀ ਇਸ ਖੇਡ ਨੂੰ। ਤੀਜੀ ਉਦਾਹਰਨ ਦੇ ਕੇ ਬਾਬਾ ਜੀ ਨੇ ਕਿਹਾ ਜੀ ਅਖੀਰ ਤੇ ਬਾਬਾ ਜੀ ਕਹਿੰਦੇ ਪਾਖਿਨ ਕੀਟ ਗੁਪਤ ਹੋਏ ਰਹਿਤਾ ਤਾਚੋ ਮਾਰਗ ਨਾਹੀ। ਪੱਥਰ ਦੇ ਵਿੱਚ ਕੀੜੇ ਰਹਿੰਦੇ ਆ, ਬਕਾਇਦਾ ਉਹਨਾਂ ਕੀੜਿਆਂ ਦੇ ਨਾਮ ਵੀ ਮਹਾਂਪੁਰਖਾਂ ਨੇ ਦੱਸੇ, ਪਰ ਕਹਿੰਦੇ ਉਹਨੂੰ ਕਿਹੜਾ ਰਾਹ ਏ, ਕੋਈ ਮਾਰਗ ਨਹੀਂ ਨਾ ਹੈਗਾ। ਪਰ ਬਾਬਾ ਜੀ ਕਹਿੰਦੇ ਕਹਿ ਧੰਨਾ ਪੂਰਨ ਤਾਹੂ ਕੋ ਮਾਤਰੇ ਜੀ ਡਰਾਹੀ, ਰੱਬ ਨੇ ਉਹਦੇ ਲਈ ਵੀ ਆਹਾਰ ਪੈਦਾ ਕੀਤਾ ਹੋਇਆ, ਉਹਨੂੰ ਵੀ ਉੱਥੇ ਰਿਜ਼ਕ ਪਹੁੰਚਦਾ ਹੈ। ਸੋ ਇਹ ਸਾਡੇ ਮਨੁੱਖੀ ਮਨਾਂ ਲਈ ਗੁਰੂ ਕੀ ਬਾਣੀ ਉਚਾਰੀ ਗਈ ਕਿ ਸਾਨੂੰ ਵਾਹਿਗੁਰੂ ਤੇ ਭਰੋਸਾ ਹੋਵੇ। ਵੇਖੋ ਰਹਿਰਾਸ ਸਾਹਿਬ ਦੀ ਬਾਣੀ 'ਚ ਵੀ ਇਦਾਂ ਦਾ ਇੱਕ ਤੁਸੀਂ ਪਾਠ ਕਰੋਗੇ, ਊਡੇ ਊਡ ਆਵੇ ਸਹਿ ਕੋਸਾਂ ਦਾ ਭਾਵੇਂ 100 ਕੂਹਾਂ ਦੂਰ ਜਿਹੜੀਆਂ ਨੇ ਉਹ ਡਾਰਾਂ ਦੀਆਂ ਡਾਰਾਂ ਉੱਡ ਕੇ ਆ ਜਾਂਦੀਆਂ ਨੇ। ਊਡੇ ਉੱਡ ਆਵੇ ਸਹਿ ਕੋਸਾਂ ਤਿਸ ਪਾਛੈ ਬੱਚੇ ਸ਼ਰਿਆ, ਆਪਣੇ ਬੱਚਿਆਂ ਨੂੰ ਪਿੱਛੇ ਛੱਡ ਕੇ ਆ ਜਾਂਦੀਆਂ ਨੇ। ਕਹਿੰਦੇ ਤਿੰਨ ਕਵਨ ਖਿਲਾਵੇ ਕਵਨ ਚੁਗਾਵੇ, ਉਹਨਾਂ ਨੂੰ ਕੌਣ ਪਿੱਛੇ ਖਵਾਉਂਦਾ ਤੇ ਕੌਣ ਉਹ ਚੋਗਾ ਚੁਗਦੇ ਆ, ਕੋਈ ਨਹੀਂ। ਮਨ ਮੈਂ ਸਿਮਰਨ ਕਰਿਆ, ਕਹਿੰਦੇ ਬਸ ਉਹ ਜਿੱਥੇ ਬਹਿ ਕੇ ਕੂੰਜਾਂ, ਜੋ ਵੀ ਛਕਣ ਜੋ ਖਾਣ ਸਿਮਰਨ ਦੇ ਵਿੱਚ ਆਪਣੇ ਬੱਚਿਆਂ ਨੂੰ ਲਿਆਉਂਦੀਆਂ ਨੇ। 100 ਕੂਹਾਂ ਤੇ ਬੈਠੀ ਕੂੰਜ ਆਪਣੇ ਬੱਚਿਆਂ ਨੂੰ ਰਿਜ਼ਕ ਆਪਣੇ ਘੋਂਸਲੇ 'ਚ ਦੇ ਰਹੀ ਆ। ਸੰਗਤ ਜੀ ਇਸੇ ਕਰਕੇ ਮਾਂ ਆਪਣੇ ਪੰਜਾਬ ਦੇ ਕਿਸੇ ਪਿੰਡ 'ਚ ਬੈਠੀ ਹੋਵੇ, ਪੁੱਤ ਵਿਦੇਸ਼ ਹੋਵੇ, ਪੁੱਤ ਨੂੰ ਕੋਈ ਖਮੀ ਨਮੀ ਖੋਣ ਤੇ ਆਵੇ ਤੇ ਮਾਂ ਕਹਿੰਦੀ ਅੱਜ ਚਿੱਤ ਮੇਰੇ 'ਚ ਇਦਾਂ ਹੋ ਰਿਹਾ ਜਿਵੇਂ ਪੁੱਤ ਮੇਰਾ ਕਿਸੇ ਮੁਸੀਬਤ 'ਚ ਹੈ, ਜਿਵੇਂ ਇਦਾਂ ਲੱਗਦਾ ਮੇਰੇ ਪੁੱਤ ਨੇ ਖਾਧਾ ਕੁਝ ਨਹੀਂ। ਇਹ ਕਿਹੜੀ ਮਾਪਦੰਡ ਜਿਹੜਾ ਇਸ ਚੀਜ਼ ਨੂੰ ਫੜ ਲਊਗਾ? ਇਹ ਕੁਦਰਤ ਵੱਲੋਂ ਹੀ ਆ। ਜਿਸ ਮਾਂ ਨੇ 9 ਮਹੀਨੇ ਕੁੱਖ 'ਚ ਰੱਖਿਆ ਹੋਵੇ, ਜਿਸ ਮਾਂ ਨੇ 2-3 ਸਾਲ ਛਾਤੀ ਦਾ ਦੁੱਧ ਪਿਲਾਇਆ ਹੋਵੇ, ਉਹ ਮਾਂ ਦੀਆਂ ਆਂਦਰਾਂ ਨੂੰ ਭਾਵੇਂ ਹਜ਼ਾਰਾਂ ਕਿਲੋਮੀਟਰ ਪੁੱਤ ਤੋਂ ਦੂਰ ਕਰ ਦਿਓ, ਪਰ ਉਹ ਘਰ ਬੈਠੀ ਦੱਸ ਦੂਗੀ ਅੱਜ ਮੇਰਾ ਪੁੱਤ ਕੀ ਕਰਦਾ ਪਿਆ ਜਿੱਥੇ ਵੀ ਹੋਵੇ। ਸੋ ਇਹ ਸਭ ਕੁਝ ਗੱਲਾਂ ਮੱਝ ਕਹਿੰਦੇ ਜੇ ਇੱਕ ਮਾਂ ਆਪਣੇ ਪੁੱਤ ਨੂੰ ਹਰ ਪੱਖੋਂ ਜਾਂਚ ਲੈਂਦੀ ਆ ਤੇ ਸੱਚ ਹੈ ਜਦੋਂ ਮੁਸੀਬਤ 'ਚ ਪੁੱਤ ਹੋਵੇ ਉਹਦੇ ਮੁਖ ਤੋਂ ਪਹਿਲਾ ਸ਼ਬਦ ਖਾਏ ਮਾਂ ਨਿਕਲਦਾ, ਕਹਿੰਦੇ ਤੂੰ ਗੁਰੂ ਨੂੰ ਆਪਣੇ ਮਾਪੇ ਸਮਝ, ਜਿੱਦਣ ਤੇਰੇ ਤੇ ਮੁਸੀਬਤ ਆਵੇ ਤੂੰ ਗੁਰੂ ਨੂੰ ਚੇਤੇ ਕਰ, ਸੱਚੇ ਵੇ ਗੁਰੂ ਤੈਨੂੰ ਹਰ ਮੁਸੀਬਤ 'ਚੋਂ ਕੱਢ ਕੇ ਇੱਕ ਮਾਂ ਵਰਗਾ ਨਿੱਘ ਦਊਗਾ। ਸਤਿਗੁਰੂ ਸੱਚੇ ਪਿਤਾ ਮਿਹਰਾਮਤ ਸਾਡੇ ਤੇ ਕਰਨ, ਸਾਨੂੰ ਇਸ ਧੁਰ ਕੀ ਬਾਣੀ ਤੇ ਆਪਣੇ ਗੁਰਾਂ ਤੇ ਗੁਰੂ ਦੇ ਵਿਦਾਏ ਹੋਏ ਵਿਧਾਨ ਤੇ
ਇੰਨਾ ਭਰੋਸਾ ਆ ਜਾਵੇ ਕਿ ਅਸੀਂ ਮਾਣ ਨਾਲ ਕਹੀਏ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਜਲ ਮੈਂ ਜੰਤ ਉਪਾਇਨ ਤਿਨਾ ਪੇ ਰੋਜੀ ਦੇ। ਸਤਿਗੁਰੂ ਜੀ ਉਹਨਾਂ ਨੂੰ ਵੀ ਰਿਜ਼ਕ ਪ੍ਰਦਾਨ ਕਰਦੇ। ਨੱਕ ਨੱਥ ਖਸਮ ਹੱਥ ਕਿਰਤ ਤੱਕੇ ਦੇ, ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ। ਜਿੱਥੇ ਜਿੱਥੇ ਦਾ ਰਿਜ਼ਕ ਲਿਖਿਆ ਉੱਥੇ ਉੱਥੇ ਰੱਬ ਨੇ ਧੱਕੇ ਮਾਰ ਮਾਰ ਕੇ, ਠੇਡੇ ਮਾਰ ਮਾਰ ਕੇ ਆਪੇ ਇੱਕ ਦਿਨ ਪਹੁੰਚਾ ਦੇਣੇ ਆ। ਸੋ ਸਤਿਗੁਰੂ ਸਾਰਿਆਂ ਦਾ ਭਲਾ ਕਰੇ। ਸਾਧ ਸੰਗਤ, ਸਾਨੂੰ ਮਹਾਰਾਜ ਸੱਚੇ ਪਿਤਾ ਜੀ ਨਾਮ ਬਾਣੀ ਦੀ ਦਾਤ ਬਖਸ਼ਿਸ਼ ਕਰਨ। ਵੈਸੇ ਇੱਕ ਸ਼ਬਦ ਦੀ ਜੋ ਵਿਆਖਿਆ, ਪਰ ਸਮਾਂ ਸਾਡਾ ਸਮਾਪਤ ਹੈ, ਫਿਰ ਕਿਤੇ ਮੌਕਾ ਮਿਲਿਆ ਜ਼ਰੂਰ। ਗੁਰੂ ਸਾਹਿਬ ਸੱਚੇ ਪਿਤਾ ਜੀ ਹੋਈਆਂ ਬੇਅੰਤ ਭੁੱਲਾਂ ਆਪ ਸੰਗਤ ਮੁਆਫ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।